ਸਾਡੇ ਭਰਾ ਨੇ ਯਾਰ, ਅਸੀਂ ਉਹਨਾਂ ਨਾਲ ਸਾਡੇ ਬਖਰੇਵੇਂ ਹੋਣਗੇ, ਪੰਜਾਬ 'ਚ ਜਾ ਕੇ ਲੜ ਲਾਂਗੇ। ਇੱਥੇ ਤਾਂ ਅਸੀਂ ਇੱਕ ਹਾਂ ਅਤੇ ਇੱਕੋ ਹੀ ਮੁੱਦੇ 'ਤੇ ਬਰਾਬਰ ਦੀ ਸੱਟ ਮਾਰਾਂਗੇ, ਇਕੱਠੇ ਹੀ ਨਿਬੇੜਾਂਗੇ, ਇਕੱਠੇ ਹੀ ਮੀਟਿੰਗ 'ਚ ਜਾਵਾਂਗੇ। ਸਾਡੇ ਕੋਈ ਬਖਰੇਵਾਂ ਨਹੀਂ। ਕਿਸੇ ਨੂੰ ਵੀ ਦੇਸ਼ ਧਰੋਹੀ ਕਹਿ ਕੇ ਅੰਦਰ ਕਰ ਦੇਣ ਦਾ ਇਹ ਅਧਿਕਾਰ ਇਹਨਾਂ ਨੂੰ ਕਿਹਨੇ ਦਿੱਤਾ? ਜਥੇਬੰਦੀਆਂ ਨੂੰ ਤੋੜਨ ਦਾ ਗਾ ਕਿ ਇਹ ਹੋ ਗਿਆ ਵੀ ਸਾਨੂੰ ਨਹੀਂ ਸੱਦਿਆ ਤਾਂ ਕਰਕੇ ਵੀ ਹੁਣ ਆਪਾਂ ਆਹ ਸਟੇਟਮੈਂਟ ਦੇ ਦਿੰਦੇ। ਝੂਠੇ ਪੁਲਿਸ ਮੁਕਾਬਲਿਆਂ ਦਾ ਮੁਜ਼ਾਹਰਾ ਕੀਤਾ, ਪੁਲਿਸ ਵਾਲਿਆਂ ਮਰਨ ਦਾ ਵੀ ਮੁਜ਼ਾਹਰਾ ਕੀਤਾ, ਅਸੀਂ ਬੱਸਾਂ 'ਚੋਂ ਲਾ ਕੇ ਮਰਨ ਵਾਲਿਆਂ ਦਾ ਮੁਜ਼ਾਹਰਾ ਕੀਤਾ, ਚਾਹੇ ਬੇਦੋਸ਼ੇ ਕਤਲਾਂ ਦਾ। ਜੇ ਇੱਕ ਆਪਾਂ ਤਾਂ ਫਿਰ ਇੱਕ ਸਟੇਜ ਕਿਉਂ ਨਹੀਂ? ਬਾਹਲੇ ਜਿੰਨੇ ਵੀ ਗਿਲੇ ਸ਼ਿਕਵੇ ਆ ਛੱਡ ਦੋ, ਪਾਲੋ ਜੱਫੀਆਂ, ਇੱਕ ਸਟੇਜ ਤਾਂ ਹੋਵੇ ਨਾ। ਜਿਹਨੇ ਬਦਨਾਮੀ ਕਰਨੀ ਹੈ, ਕੋਈ ਵਿੱਚ ਬਿੱਥਾਂ ਭਾਲਣੀਆਂ ਖਾਮ ਖਾ, ਉਹਨਾਂ ਨੇ ਉਹ ਕੰਮ ਕਰਨਾ ਹੈ। ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਅੰਦੋਲਨ ਕਿਸਾਨਾਂ ਦਾ ਤੇ ਜਿੱਤ ਕੇ ਨਿਕਲੂਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਤੇ ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਕਿਸਾਨੀ ਅੰਦੋਲਨ ਦੀ ਜੇ ਆਪਾਂ ਗੱਲ ਕਰਦੇ ਹਾਂ ਮੀਡੀਆ ਦੇ ਪੱਖ ਤੋਂ, ਤਾਂ ਮੀਡੀਆ ਕਵਰ ਕਰ ਰਿਹਾ ਕਿਸਾਨੀ ਅੰਦੋਲਨ ਤੇ ਦੇਸ਼ ਦੁਨੀਆ ਦੇ ਵਿੱਚ ਕਿਸਾਨੀ ਅੰਦੋਲਨ ਦੀਆਂ ਖਬਰਾਂ ਪਹੁੰਚ ਰਹੀਆਂ, ਪਰ ਕੁਝ ਅਫਵਾਹਾਂ ਵੀ ਨੇ ਇਸ ਦੇ ਵਿੱਚ ਤੇ ਕੁਝ ਸੱਚਾਈ ਵੀ ਆ ਜੋ ਲੋਕਾਂ ਦੇ ਮਨਾਂ ਦੇ ਵਿੱਚ ਬੜੇ ਸਾਰੇ ਸ਼ੰਕੇ ਪੈਦਾ ਕਰਦੀ ਆ। ਖਾਸ ਕਰਕੇ ਸ਼ੰਕੇ ਬੜੇ ਪੈਦਾ ਹੋ ਰਹੇ ਨੇ NRI ਵੀਰਾਂ ਦੇ, ਜੋ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਤੇ ਹਰਿਆਣੇ ਦੇ ਨਾਲ ਸੰਬੰਧ ਰੱਖਦੇ ਨੇ। ਉਹ ਬੜੀ ਕਨਫਿਊਜ਼ਨ ਦੇ ਵਿੱਚ ਹੈ ਤੇ ਇੱਕ ਵੱਡਾ ਸਵਾਲ ਉਹ ਜੋ ਸਾਨੂੰ ਪੁੱਛਦੇ ਨੇ ਬਾਰ-ਬਾਰ ਫੋਨ ਕਰਕੇ, ਉਹਨਾਂ ਦਾ ਸਵਾਲ ਇਹ ਹੁੰਦਾ ਗਾ ਵੀ ਜਦੋਂ ਕਿਸਾਨ ਆਗੂਆਂ ਦੀਆਂ ਮੁਲਾਕਾਤਾਂ ਹੁੰਦੀਆਂ ਜਾਂ ਉਹ ਵੱਡੇ ਕੈਮਰਿਆਂ ਦੇ ਸਾਹਮਣੇ ਆਉਂਦੇ ਆ, ਤਾਂ ਉਹ ਜਦੋਂ ਗੱਲ ਕਹਿੰਦੇ ਨੇ ਤਾਂ ਇੱਦਾਂ ਲੱਗਦੀ ਹੈ ਵੀ ਬਸ ਜਿਹੜੇ ਕਾਨੂੰਨ ਆ ਉਹ ਰੱਦ ਹੋਏ ਲਓ। ਪਰ ਜਦੋਂ ਮੀਟਿੰਗ ਹੁੰਦੀ ਆ ਜਾਂ ਮੀਟਿੰਗਾਂ ਤੋਂ ਬਾਅਦ ਦੀਆਂ ਗੱਲਾਂ ਹੁੰਦੀਆਂ ਉਹ ਕੁਝ ਹੋਰ ਹੁੰਦੀਆਂ। ਜਿਹੜੀ ਇਹ ਉਲਝਣ ਤਾਣੀ ਹੈ ਕਿੱਥੇ ਖੜੀ ਆ? ਤੇ ਇੱਕ ਵੱਡੀ ਗੱਲ ਜਿਹੜੀ ਸਾਹਮਣੇ ਆਉਂਦੀ ਆ ਉਹ ਕਾਮਰੇਡਾਂ ਨੂੰ ਲੈ ਕੇ ਇਹ ਚੀਜ਼ਾਂ ਵੀ ਉੱਠ ਰਹੀਆਂ ਗਈਆਂ। ਕਾਫੀ ਸਾਰੇ ਨਿਊਜ਼ਪੇਪਰਾਂ ਨੇ, ਪ੍ਰਿੰਟ ਮੀਡੀਆ ਨੇ ਵੀ ਖਬਰਾਂ ਲਾਈਆਂ, ਇਲੈਕਟ੍ਰੋਨਿਕ ਮੀਡੀਆ ਨੇ ਵੀ ਖਬਰਾਂ ਲਾਈਆਂ। ਤੇ ਇਸ ਦੇ ਪਿੱਛੇ ਦੀ ਕਿੰਨੀ ਸੱਚਾਈ ਆ ਜਾਂ ਕੀ ਗੱਲਾਂ ਆਈਆਂ, ਤੇ ਖਾਸ ਕਰਕੇ ਜਿਹੜੇ ਲੋਕਾਂ ਨੂੰ ਸਟੇਜਾਂ ਉੱਤੋਂ ਨਹੀਂ ਬੋਲਣ ਦਿੱਤਾ ਜਾ ਰਿਹਾ ਉਸ ਦੇ ਪਿੱਛੇ ਦਾ ਕੀ ਕਾਰਨ ਆ, ਜਾਂ ਉਹ ਗੱਲਾਂ ਸੱਚੀਆਂ ਜਾਂ ਝੂਠੀਆਂ ਆਈਆਂ। ਅਸੀਂ ਕੋਈ ਮਾਹੌਲ ਖ਼ਰਾਬ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇੰਟਰਵਿਊ ਤੋਂ ਬਾਅਦ ਜਾਂ ਇੰਟਰਵਿਊ ਦੇ ਵਿੱਚ ਦੌਰਾਨ ਬੜੇ ਕਮੈਂਟ ਆਉਂਦੇ ਨੇ ਥੱਲੇ ਵੀ ਤੁਸੀਂ ਮੀਡੀਆ ਵਾਲੇ ਮਾਹੌਲ ਖ਼ਰਾਬ ਕਰਦੇ ਹੋ, ਪੰਜਾਬ ਜਾ ਕੇ ਗੱਲ ਨਿਬੇੜ ਲਾਂਗੇ ਜੋ ਆਪਸੀ ਮਤਭੇਦ ਨੇ। ਪਰ ਅਸੀਂ ਚਾਹੁੰਦੇ ਹਾਂ ਵੀ ਗੱਲ ਕਲੀਅਰ ਹੋਵੇ ਤਾਂ ਜ਼ਿਆਦਾ ਵਧੀਆ, ਕਿਉਂਕਿ ਬਹੁ ਗਿਣਤੀ ਲੋਕ ਗੱਲ ਕਲੀਅਰ ਕਰਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਵੀ ਗੱਲ ਨਾਲ ਦੀ ਨਾਲ ਕਲੀਅਰ ਹੁੰਦੀ ਰਹੇ। ਸਾਡੇ ਨਾਲ ਅੱਜ ਮੌਜੂਦ ਰਹਿਣਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੇ ਸੂਬਾ ਪ੍ਰਧਾਨ ਤੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਅਗਰਾਹਾਂ ਤੇ ਝੰਡਾ ਸਿੰਘ ਜੀ। ਸਵਾਗਤ ਹੈ ਜੀ। ਧੰਨਵਾਦ ਜੀ। ਅਗਰਾਹਾਂ ਸਾਹਿਬ, ਜਿਹੜੀ ਪਹਿਲੀ ਮੈਂ ਤੁਹਾਥੋਂ ਬਿਆਨ ਲੈਣਾ ਚਾਹੂੰਗਾ, ਜਿਹੜੇ ਉਹ ਆਪਣੇ ਸਾਹਮਣੇ ਵੀ ਪੋਸਟਰ ਪਏ ਨੇ, ਕਹਿੰਦੇ ਨੇ ਵੀ ਕਾਮਰੇਡਾਂ ਦੇ ਪੋਸਟਰ ਨੇ ਜਾਂ ਅਰਬਨ ਨਕਸਲ ਦੇ ਪੋਸਟਰ ਤੁਸੀਂ ਆਪਣੇ ਧਰਨਿਆਂ ਦੇ ਵਿੱਚ ਲੈ ਕੇ ਗਏ ਹੋ, ਇਸ ਤੋਂ ਮਾਹੌਲ ਖ਼ਰਾਬ ਹੁੰਦਾ ਗਾ। ਜਿਹੜੀਆਂ ਇਹ ਚੀਜ਼ਾਂ ਗੀਆਂ, ਜਿਹੜੇ ਕੁਝ ਲੋਕ ਮੂਹਰੇ ਵੀ ਲੱਗੇ ਹੋਏ ਨੇ ਧਰਨਿਆਂ ਦੇ, ਚਾਹੇ ਉਹ ਕਿਸਾਨ ਆਗੂ ਨੇ ਜਾਂ ਸੋਸ਼ਲ ਵਰਕਰ ਨੇ ਜਾਂ ਉਹ ਕੋਈ ਵੀ ਕਿੱਤੇ ਦੇ ਨਾਲ ਸੰਬੰਧ ਰੱਖਦੇ ਆ, ਉਹਨਾਂ ਵੱਲੋਂ ਵੀ ਬੜੇ ਸਵਾਲ ਉਠਾਏ ਗਏ। ਮੈਂ ਚਾਹਣਾ ਵੀ ਇਹ ਗੱਲ ਤੁਸੀਂ ਆਪਦੇ ਪੱਖ ਤੋਂ ਆਪਦਾ ਪੱਖ ਵੀ ਥੋੜ੍ਹਾ ਕਲੀਅਰ ਕਰੋ। ਦੇਖੋ, ਪਹਿਲਾਂ ਤਾਂ ਧਾਲੀਵਾਲ ਸਾਹਿਬ ਇਹ ਸਾਫ਼ ਹੋਣਾ ਚਾਹੀਦਾ, ਅਸੀਂ ਕਿਸਾਨ ਅੰਦੋਲਨ ਕਰ ਰਹੇ ਹਾਂ ਜੀ। ਕਿਸਾਨ ਅੰਦੋਲਨ ਦੇ ਦੌਰਾਨ ਸਾਡੇ 'ਤੇ ਬਹੁਤ ਕਿਸਮ ਦੇ ਸਵਾਲ, ਇਹਨੂੰ ਡਿਫੀਟ ਕਰਨ ਦੀ ਖਾਤਰ ਜਿਹੜਾ ਗੋਦੀ ਮੀਡੀਆ ਉਹ ਚਲਾ ਰਿਹਾ ਲਗਾਤਾਰ, ਕੱਲ੍ਹ ਤੋਂ ਬਹੁਤ ਜ਼ਿਆਦਾ ਚਲਾਈ ਹੈ ਉਹਨਾਂ ਨੇ ਜੀ। ਸਾਨੂੰ ਸਾਡਾ ਕੋਈ ਵੀ ਪੁਆਇੰਟ ਫੜ ਕੇ ਉਹਨੂੰ ਕੁੱਟਣ ਦੀ ਕੋਸ਼ਿਸ਼ ਕਰਦੇ ਨੇ ਉਹ ਜੀ। ਕੱਲ੍ਹ ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ, ਹਿਊਮਨ ਰਾਈਟਸ ਦਾ ਦਿਨ ਸੀਗਾ ਜੀ। ਅਸੀਂ ਸਾਰੇ ਕੋਲ ਅੰਦਰ ਜਿਹੜਾ ਕੋਈ ਵਿਸ਼ੇਸ਼ ਦਿਨ ਆਉਂਦਾ, ਗੁਰਪੁਰਬ ਆਉਂਦਾ, ਗੁਰੂ ਦਾ ਗੁਰੂ ਨਾਨਕ ਦਾ ਦਿਹਾੜਾ ਆ, ਅਸੀਂ ਉਹ ਵੀ ਮਨਾਇਆ। ਭਗਤ ਸਰਾਭੇ ਦਾ ਸ਼ਹੀਦੀ ਦਿਵਸ ਆਇਆ 16 ਤਰੀਕ ਨੂੰ, ਉਹ ਵੀ ਮਨਾਇਆ। ਕੋਈ ਮਹੱਤਵਪੂਰਨ ਦਿਨ ਜਦੋਂ ਆਉਂਦਾ ਉਹ ਅਸੀਂ ਦਿਨ ਮਨਾਉਂਦੇ ਹਾਂ। ਉਹ ਜਦੋਂ ਅਸੀਂ ਉਹ ਦਿਨ ਮਨਾਉਂਦੇ ਹਾਂ ਤਾਂ ਇਸ ਹਕੂਮਤ, ਜਿਹੜੀਆਂ ਸਾਡੀਆਂ ਹਕੂਮਤਾਂ ਨੇ, ਉਹ ਦਿਨਾਂ ਦੇ ਮਨੁੱਖ ਦੇ ਅਧਿਕਾਰਾਂ ਦੀ ਤੇ ਵਰਤੋਂ ਉਹ ਦਿੰਦੇ ਨੇ, ਵਰਤਣ ਦੀ ਅਧਿਕਾਰ ਦਾ ਜਿਹੜਾ ਹੱਕ ਉਹਨਾਂ ਕੋਲ ਹੈਗਾ, ਉਹਨਾਂ ਲੋਕਾਂ ਕੋਲ। ਤੁਸੀਂ ਮੀਡੀਆ ਵਾਲੇ ਹੋ, ਤੁਹਾਨੂੰ ਬੋਲਣ ਦਾ ਅਧਿਕਾਰ, ਤੁਹਾਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ, ਤੁਹਾਨੂੰ ਸੱਚ 'ਤੇ ਉਂਗਲ ਰੱਖਣ ਦਾ ਅਧਿਕਾਰ ਤੁਹਾਡੇ ਕੋਲ ਹੈਗਾ, ਤੁਹਾਨੂੰ ਲਿਖਣ ਦਾ ਅਧਿਕਾਰ ਹੈਗਾ। ਜਿਹੜੇ ਲਿਖਦੇ ਨੇ, ਜਿਹਨੇ ਮਤਲਬ ਕਿਰਤੀ ਲੋਕਾਂ ਦੇ ਨਾਲ ਹੋ ਰਹੇ ਧੱਕਿਆਂ ਦੇ ਖਿਲਾਫ ਲਿਖਦੇ ਨੇ, ਜਾਂ ਕਾਨੂੰਨਾਂ ਦੇ ਖਿਲਾਫ ਲਿਖਦੇ ਨੇ, ਜਾਂ ਆਦਿਵਾਸੀ ਇਲਾਕੇ ਦੇ ਵਿੱਚ ਜ਼ਮੀਨਾਂ 'ਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਕਰਾਉਣ ਦੇ ਖਿਲਾਫ ਲਿਖਦੇ ਨੇ, ਉਹਨਾਂ 'ਤੇ ਹੁੰਦੇ ਜੁਰਮ ਬਾਰੇ ਲਿਖਦੇ ਨੇ, ਜਾਂ ਜਦੋਂ ਕਿਸੇ ਨੇ ਵੀ ਹਕੀਕਤ ਕਿਹੜੀ ਕਿਸੇ ਕਮਿਊਨਿਟੀ ਦਾ ਹੋਵੇ ਭਾਵੇਂ ਉਹ, ਸਾਨੂੰ ਕਮਿਊਨਿਟੀ 'ਤੇ ਕੋਈ ਸਵਾਲ ਨਹੀਂ ਹੈ,
ਉਹ ਕਿਸੇ ਕਮਿਊਨਿਟੀ ਦੇ ਬੰਦਿਆਂ ਤੇ ਇਹ ਦੋਸ਼ ਲਾ ਕੇ ਕਿ ਇੰਟਰਨੈਸ਼ਨਲ ਇਹਨਾਂ ਤੇ ਮਤਲਬ ਦੇਸ਼ ਧਰੋਹੀ ਦੇ ਦੇਸ਼ ਲਾ ਕੇ ਉਹਨਾਂ ਨੂੰ ਪਰਚੇ ਦੇ ਕੇ ਅੰਦਰ ਕੀਤੇ ਹੋਏ ਨੇ, ਉਹਨਾਂ ਦੇ ਬਾਰੇ ਮਨੁੱਖੀ ਅਧਿਕਾਰ ਦਿਵਸ ਵਾਲੇ ਅਸੀਂ ਗੱਲ ਕਿਉਂ ਨਹੀਂ ਕਰਾਂਗੇ? ਕਿਉਂਕਿ ਉਹਨਾਂ ਨੂੰ ਚੱਕ ਕੇ ਤੁਸੀਂ ਅੰਦਰ ਸਿੱਟਤਾ। ਤੁਸੀਂ ਇਸ ਕਰਕੇ ਇਹ ਕਾਰਵਾਈ ਜੇ ਇੱਕ ਉਹਨਾਂ ਤੇ ਹੋਊਗੀ, ਅਸੀਂ ਨਹੀਂ ਬੋਲਦੇ, ਤਾਂ ਇੱਕ ਦਿਨ ਸਾਡੇ ਤੇ ਹੋਊਗੀ, ਫਿਰ ਦੂਜਾ ਕੌਣ ਬੋਲੂਗਾ? ਕੱਲ੍ਹ ਨੂੰ ਸਾਨੂੰ ਕਹਿ ਦੇਣਗੇ ਵੀ ਦੇਸ਼ ਧਰੋਹੀ ਨੇ। ਕਿਸੇ ਨੂੰ ਵੀ ਦੇਸ਼ ਧਰੋਹੀ ਕਹਿ ਕੇ ਅੰਦਰ ਕਰ ਦੇਣ ਦਾ ਇਹ ਅਧਿਕਾਰ ਇਹਨਾਂ ਨੂੰ ਕਿਹਨੇ ਦਿੱਤਾ? ਅਸੀਂ ਤਾਂ ਇਹਨਾਂ ਦਾ ਪਰਦਾ ਫਾਸ਼ ਕਰਨ ਦੀ ਕਰਤ ਲੋਕਾਂ ਨੂੰ ਦੱਸਿਆ ਵੀ ਭਾਈ ਇਹ ਕਾਰਵਾਈ ਜਿਹੜੀ ਅੱਜ ਇਹਨਾਂ ਤੇ ਹੋਊਗੀ, ਆਹ ਬੰਦਿਆਂ ਤੇ ਹੋਊਗੀ। ਉਹ ਤਸਵੀਰਾਂ ਲਾਈਆਂ ਨੇ ਅਸੀਂ, ਇਹ ਕੱਲ੍ਹ ਨੂੰ ਇਹੀ ਗੱਲ ਸਾਡੇ ਤੇ ਕਰਨਗੇ, ਇਹੀ ਗੱਲ ਕੱਲ੍ਹ ਨੂੰ ਮੀਡੀਆ ਵਾਲੇ ਤੇ ਕਿਸੇ ਤੇ ਕਰ ਸਕਦੇ ਆ। ਇਹ ਜਿਹੜੀ ਧੱਕੜਸ਼ਾਹੀ ਫਿਰਕਾ ਪ੍ਰਸਤੀ ਫਾਂਸੀਵਾਦੀ ਹੁਕੂਮਤ ਅਸੀਂ ਇਹਨੂੰ ਕਹਿੰਦੇ ਆ, ਇਹ ਧੱਕੀ ਤੁਰੀ ਆਉਂਦੀ ਹੈ ਵੀ ਜੇ ਉਹਨਾਂ ਦੇ ਖਿਲਾਫ ਜਿਨ੍ਹਾਂ ਨੂੰ ਬੰਦ ਕੀਤਾ ਹੈ, ਜੇ ਉਹਨਾਂ ਦੇ ਪੱਖ 'ਚ ਕਿਸੇ ਨੇ ਆਵਾਜ਼ ਉਠਾਈ, ਫਿਰ ਉਹਦੀ ਆਵਾਜ਼ ਬੰਦ ਕਰਨ ਦੀ ਖਾਤਰ ਉਹਦੇ ਵੀ ਦੇਸ਼ ਧਰੋਹ ਦਾ ਪਰਚਾ ਕਰ ਦਿਓ। ਯਾਨੀ ਜਿਹੜੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਭਾਰਤ ਹੁਕੂਮਤ ਵੱਲੋਂ, ਉਹਦਾ ਪਰਦਾ ਫਾਸ਼ ਕਰਨ ਦਾ ਕੱਲ੍ਹ ਦਿਨ ਸੀਗਾ, ਉਹ ਕੱਲ੍ਹ ਦਾ ਦਿਨ ਸੀ, ਲੰਘ ਗਿਆ। ਜੀ ਇੱਕ ਅਗਰਾਹਾਂ ਸਾਹਿਬ ਜਿਹੜੇ ਸਿੱਖ ਕੈਦੀ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ, ਤੁਸੀਂ ਉਸ ਪੱਖ ਨੂੰ ਵੀ ਰੱਖਦੇ ਹੋ ਕਿ ਕਈ ਲੋਕਾਂ ਦੇ ਸ਼ੰਕਿਆ ਖਾਸ ਕਰਕੇ ਅਗਰਾਹਾਂ ਜਥੇਬੰਦੀ ਨੂੰ ਲੈ ਕੇ ਵੀ ਉਹ ਪੱਖ ਨਹੀਂ ਰੱਖਦੇ, ਇਹ ਥੋੜ੍ਹਾ ਜਿਹਾ ਕਾਮਰੇਡੀ ਵਿਚਾਰਧਾਰਾ ਦੇ ਨਾਲ ਜ਼ਿਆਦਾ ਚੱਲਦੇ ਨੇ? ਦੇਖੋ ਧਾਲੀਵਾਲ ਸਾਹਿਬ, ਕਦੇ ਵੀ ਜਦੋਂ ਪੁਲਿਸ ਮੁਕਾਬਲੇ ਹੁੰਦੇ ਸੀ ਮੁੰਡਿਆਂ ਦੇ ਇੱਥੇ ਜੀ, ਉਦੋਂ ਅਸੀਂ ਇਹ ਕਹਿੰਦੇ ਸੀ ਝੂਠੇ ਪੁਲਿਸ ਮੁਕਾਬਲੇ ਕਰਨੇ ਬੰਦ ਕਰੋ। ਅਸੀਂ ਮੁਜ਼ਾਹਰਾ ਕੀਤਾ ਜੀ ਕਿ ਧੱਕੇ ਨਾਲ ਮਾਰਦੇ ਹੋ, ਤੁਸੀਂ ਬੰਦ ਕਰੋ। ਝੂਠੇ ਪੁਲਿਸ ਮੁਕਾਬਲਿਆਂ ਦਾ ਮੁਜ਼ਾਹਰਾ ਕੀਤਾ, ਪੁਲਿਸ ਵਾਲਿਆਂ ਮਰਨ ਦਾ ਵੀ ਮੁਜ਼ਾਹਰਾ ਕੀਤਾ, ਅਸੀਂ ਬੱਸਾਂ 'ਚੋਂ ਲਾ ਕੇ ਮਰਨ ਵਾਲਿਆਂ ਦਾ ਮੁਜ਼ਾਹਰਾ ਕੀਤਾ, ਚਾਹੇ ਬੇਦੋਸ਼ੇ ਕਤਲਾਂ ਦਾ। ਬੇਦੋਸ਼ੇ ਕਤਲ ਹੋ ਰਹੇ ਨੇ, ਜਿਹੜਾ ਮੁਜ਼ਾਹਰਾ ਕੀਤਾ 84 ਦੇ ਦੰਗਿਆਂ ਦਾ ਵੀ ਅਸੀਂ ਲਿਆਂਦੀ ਹੈ ਗੱਲ। ਅਸੀਂ ਕਿ ਸਿੱਖ ਜਿਨ੍ਹਾਂ 'ਤੇ ਵੀ ਜਿਹੜੇ ਤਬਕੇ 'ਤੇ ਵੀ ਜਦੋਂ ਜੁਰਮ ਹੋਇਆ, ਅਸੀਂ ਉਦੋਂ ਗੱਲਾਂ ਲੈ ਕੇ ਆਉਂਦੇ ਹਾਂ। ਅਸੀਂ ਮੁਸਲਮਾਨਾਂ 'ਤੇ ਹੋਏ ਜ਼ਬਰ ਦਾ ਵੀ ਮਸਲਾ ਚੱਕਿਆ ਪਹਿਲਾਂ। ਸ਼ਹੀਨ ਬਾਗ ਦੇ ਵਿੱਚ ਅਸੀਂ ਆਪ ਆਏ ਹਾਂ, ਆ ਜਿਹੜਾ ਸ਼ਹੀਨ ਬਾਗ ਦੇ ਵਿੱਚ ਹੋਇਆ ਜੁਰਮ ਉਹ 'ਤੇ ਅਸੀਂ ਗਏ ਹਾਂ। ਯਾਨੀ ਅਸੀਂ ਇਹ ਜਿੱਥੋਂ ਤੱਕ ਇਨਸਾਫ ਪਸੰਦ ਲੋਕ ਨੇ, ਜਿਹੜੇ ਇਨਸਾਫ ਪਸੰਦ ਲੋਕਾਂ ਦੀ ਕੈਟੇਗਰੀ, ਉਹਨੂੰ ਕੋਈ ਕਾਮਰੇਡ ਕਹਿ ਦਿਓ, ਕੋਈ ਕਮਿਊਨਿਸਟ ਕਹਿ ਦਿਓ, ਕੋਈ ਨਕਸਲੀਆ ਕਹਿ ਦਿਓ, ਕੋਈ ਖਾਲਸਤਾਨੀ ਕਹਿ ਦਿਓ, ਕੋਈ ਕੁਛ ਵੀ ਕਹਿ ਦਿਓ, ਉਹ ਲੋਕ ਜਿਹੜੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ। ਜੇ ਉਹਨਾਂ ਦੀ ਕੋਈ ਆਵਾਜ਼ ਬੁਲੰਦ ਕਰਨ ਵਾਸਤੇ ਕਹੇ ਵੀ ਇੱਕ ਕਮਿਊਨਿਟੀ ਦੀ ਆਵਾਜ਼ ਬੁਲੰਦ ਕਰਦੇ ਨੇ, ਇਹ ਬਿਲਕੁਲ ਗਲਤ ਹੈ। ਹੁਣ ਜੇ ਤੁਸੀਂ ਕਹੋ ਵੀ ਉਹਦੀ ਜਿਹੜੀਆਂ ਤਸਵੀਰਾਂ ਲਾਈਆਂ ਹੋਈਆਂ ਸੀ, ਉਹਦੇ 'ਚ ਕਮਿਊਨਿਟੀ ਦੇ ਬਹੁਤ ਕਮਿਊਨਿਟੀ ਦੇ ਬੰਦੇ ਨੇ, ਮੁਸਲਮਾਨਾਂ ਦੇ ਵੀ ਹੋਣਗੇ, ਹਿੰਦੂਆਂ ਦੇ ਵੀ ਹੋਣਗੇ, ਸਿੱਖਾਂ ਦੇ ਵੀ ਹੋਣਗੇ। ਚਲੋ ਸਿੱਖਾਂ ਦੇ ਸ਼ਾਇਦ ਹੋਵੇ ਨਾ ਕੋਈ ਬੁੱਧੀਜੀਵੀ ਦੀ ਤਸਵੀਰ ਆਈ ਹੋਵੇ। ਜੇ ਉਸ ਕਮਿਊਨਿਟੀ ਦੇ ਵਿੱਚ ਸਿੱਖ ਐਲੀਮੈਂਟ ਹੁੰਦਾ, ਫਿਰ ਅਸੀਂ ਉਹਨਾਂ ਨੂੰ ਕਹਿੰਦੇ ਵੀ ਇਹ ਸਿੱਖ ਨੇ, ਇਸ ਕਰਕੇ ਨਹੀਂ ਬੋਲਦੇ ਕਿਉਂਕਿ ਅਸੀਂ ਸਿੱਖ ਹਾਂ। ਇਸ ਕਰਕੇ ਇਹ ਕਮਿਊਨਿਟੀ ਦਾ ਸਵਾਲ ਨਹੀਂ ਹੈ ਨਾ, ਇਹ ਵੀ ਜਿਹੜੇ ਫਰਜ਼ ਕਰ ਲਓ, ਜੇ ਸਿੱਖ ਕੈਦੀ ਉੱਥੇ ਜਿਹੜਾ ਅੰਦਰ ਬੰਦ ਨੇ, ਅਸੀਂ ਇਹ ਕਹਾਂਗੇ ਵੀ ਇਹਨਾਂ ਨੂੰ ਜੇਲ੍ਹਾਂ 'ਚ ਰੱਖ ਲਓ ਅਤੇ ਇਹਨਾਂ ਨੂੰ ਛੱਡ ਦਿਓ? ਬਿਲਕੁਲ ਨਹੀਂ ਹੈ, ਜ਼ਬਰ ਹੈ। ਕਿਉਂਕਿ ਇਹ ਇੱਕ ਗੱਲ ਕਿਉਂ ਉਹ ਮੂਹਰੇ ਕਿਉਂ ਆ ਗਈ, ਇਹ ਤਾਜ਼ੀ ਹੈ, ਉਹ ਬਹੁਤ ਪੁਰਾਣੀ ਆ। ਉਹ ਬਹੁਤ ਪਹਿਲਾਂ ਬੜੇ ਮੁਜ਼ਾਹਰੇ ਹੋ ਗਏ ਪੰਜਾਬ ਦੇ ਵਿੱਚ, ਬੜੀਆਂ ਸਿੱਖ ਕਮਿਊਨਿਟੀ ਵਾਲਿਆਂ ਨੇ ਵੀ ਕੀਤੇ ਨੇ, ਆਪਣੇ ਹੋਰ ਜਥੇਬੰਦੀਆਂ ਨੇ ਵੀ ਕੀਤੇ ਨੇ। ਉਹਨਾਂ ਨੂੰ ਇਹ ਕੋਈ ਨਹੀਂ ਕਹਿੰਦਾ ਵੀ ਉਹ ਠੀਕ ਨੇ। ਅਸੀਂ ਸਾਰੀਆਂ ਗੱਲਾਂ ਨੂੰ ਦੋ ਬੇਜ਼ਬਰ ਦਾ ਜ਼ਬਰ ਹੈ ਤਾਂ ਕਦਾ ਧੱਕਾ ਚਾਹੇ ਕਿਸੇ ਨਾਲ ਵੀ ਹੋਵੇ, ਉਹ ਤਾਂ ਅਸੀਂ ਆਵਾਜ਼ ਬੁਲੰਦ ਕਰਦੇ ਹਾਂ, ਉਹ ਸਾਨੂੰ ਅਧਿਕਾਰ ਹੈ। ਅਸੀਂ ਕੱਲ੍ਹ ਵੀ ਕੀਤੀ ਹੈ, ਅਸੀਂ ਫਿਰ ਵੀ ਕਰਾਂਗੇ। ਜੀ ਅਗਰਾਹਾਂ ਜਥੇਬੰਦੀ ਵੱਲੋਂ ਇੱਕ ਸਟੇਟਮੈਂਟ ਆਉਂਦੀ ਹੈ, ਜਦੋਂ ਹੁਣ ਆ ਪਿਛਲੇ ਦਿਨੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਹੋਈ, 13 ਕਿਸਾਨ ਆਗੂ ਜਾਂਦੇ ਨੇ, 8 ਪੰਜਾਬ ਦੇ ਸੀ ਸ਼ਾਇਦ, ਉਹ 'ਚ 5 ਬਾਹਰਲੇ ਸੀਗੇ। ਉਹਦੇ ਬਾਰੇ ਤੁਸੀਂ ਕਿਹਾ ਵੀ ਨਹੀਂ ਜਾਣਾ ਚਾਹੀਦਾ ਸੀ। ਉਹ ਜਿਹੜਾ ਨਹੀਂ ਜਾਣਾ ਚਾਹੀਦਾ ਸੀ, ਚਲੋ ਉਦੋਂ ਬਾਅਦ ਉਹ ਬੇਸਿੱਟਾ ਰਿਹਾ, ਚਲੋ ਠੀਕ ਆ। ਜਿਹੜਾ ਨਹੀਂ ਜਾਣਾ ਚਾਹੀਦਾ ਸੀ ਉਹ ਕੀ ਆ? ਤੁਹਾਨੂੰ ਲੱਗਦਾ ਵੀ ਜਥੇਬੰਦੀਆਂ ਨੂੰ ਤੋੜਨ ਦਾ ਗਾ, ਕਿ ਇਹ ਹੋ ਗਿਆ ਵੀ ਸਾਨੂੰ ਨਹੀਂ ਸੱਦਿਆ ਤਾਂ ਕਰਕੇ ਵੀ ਹੁਣ ਆਪਾਂ ਆਹ ਸਟੇਟਮੈਂਟ ਦੇ ਦਿੰਦੇ ਹਾਂ? ਕਿਉਂਕਿ ਲੋਕਾਂ ਦੇ ਵਿੱਚ ਬੜੇ ਸਾਰੇ ਸ਼ੰਕੇ ਨੇ। ਮੈਂ ਇਹੀ ਚਾਹੂੰਗਾ ਵੀ ਅੱਜ ਦੀ ਆਪਾਂ ਮੁਲਾਕਾਤ 'ਚ ਸ਼ੰਕੇ ਸਾਰੇ ਦੂਰ ਕਰ ਦਈਏ। ਬਿਲਕੁਲ ਠੀਕ ਕੀਤਾ ਤੁਸੀਂ, ਸ਼ੰਕੇ ਸਾਨੂੰ ਦੂਰ ਕਰਨੇ ਚਾਹੀਦੇ ਨੇ ਜੀ। ਸਾਡਾ ਇਸ ਨਜ਼ਰੀਏ ਨਾਲ ਨਹੀਂ ਸੀ ਵੀ ਨਹੀਂ ਜਾਣਾ ਚਾਹੀਦਾ। ਜਿਹੜੀ ਸਾਡੀ ਪਹਿਲੀ ਸੀਟਿੰਗ ਹੋਈ ਹੈ, ਉਹ ਅਮਿਤ ਸ਼ਾਹ ਜੀ ਨੇ ਇਹਨੇ ਆਪਣੇ ਤੋਮਰ ਨੇ ਰੱਖਿਆ ਸੀ ਵੀ ਜੀ ਛੋਟੀ ਕਮੇਟੀ ਬਣਾ ਲਓ। ਜੀ ਛੋਟੀ ਕਮੇਟੀ ਦਾ ਪ੍ਰਪੋਜ਼ਲ ਸੀ, ਅਸੀਂ ਰੱਦ ਕਰਕੇ ਆਏ ਸੀ ਜੀ ਵੀ ਯਾਰ ਛੋਟੀ ਕਮੇਟੀ ਨਾਲ ਕੋਈ ਮਤਲਬ ਨਹੀਂ, ਵੱਡੀ ਸਾਰਿਆਂ ਦੇ ਵਿੱਚ ਗੱਲ ਕਰੋ ਜੀ। ਵੀ ਫਿਰ 13 ਮੈਂਬਰੀ ਛੋਟੀ ਕਮੇਟੀ ਹੋਈ। ਅਸੀਂ ਉਹਨਾਂ ਦੀ ਪ੍ਰਪੋਜ਼ਲ ਕਿਉਂ ਮੰਨ ਰਹੇ ਹਾਂ? ਇਸ ਗੱਲ ਤੋਂ ਤਾਂ ਸਾਡਾ ਇਹ ਸੀ ਵੀ ਨਹੀਂ ਸਾਨੂੰ ਜਾਣਾ ਚਾਹੀਦਾ, 13 ਅਮਿਤ ਸ਼ਾਹ ਨਾਲ ਨਹੀਂ ਸੀ ਜਾਣਾ ਚਾਹੀਦਾ। ਅਤੇ ਛੋਟੀ ਕਮੇਟੀ ਦਾ ਫਿਰ ਉਹਨਾਂ ਦੀ ਪ੍ਰਪੋਜ਼ਲ ਹੈ। ਦੂਜੀ ਗੱਲ, ਉੱਥੇ ਵੀ ਤਾਂ ਕਹਾ ਇਹ ਅਮੈਂਡਮੈਂਟ ਦੀ ਗੱਲ ਆਈ ਹੈ। ਯਾਨੀ ਇਸ ਕਰਕੇ ਉਹ ਸਾਥੀਆਂ ਨੇ ਵੀ ਤਾਂ ਇਹ ਮਹਿਸੂਸ ਕੀਤਾ ਵੀ ਚੱਲ ਇਹ ਤਾਂ ਠੀਕ ਨਹੀਂ। ਉਹ ਕੋਈ ਬੇਈਮਾਨੀ 'ਚੋਂ ਗਏ ਹੁਣ, ਜਾਂ ਸਾਨੂੰ ਛੱਡ ਗਏ ਵੀ ਉਹਨਾਂ ਨੂੰ ਅਸੀਂ ਕੋਈ ਡਿਫੀਟ ਕਰ ਦਾਂਗੇ। ਉਹਨਾਂ ਜਥੇਬੰਦੀਆਂ ਦਾ ਵਿੱਚ ਬੇਈਮਾਨੀ ਦੀ ਚੱਲ ਕੋਈ ਨਹੀਂ, ਸਾਨੂੰ ਕੋਈ ਸ਼ੰਕੇ ਨਹੀਂ ਉਹਨਾਂ 'ਤੇ। ਅਸੀਂ ਆਪਦੇ ਨੇ ਉਹ ਸਾਡੇ, ਅਸੀਂ ਆਪਦਿਆਂ ਨੂੰ ਕੋਈ ਗਲਤੀ ਹੁੰਦੀ ਆਪਦੀ ਨੋਟ ਕਰਾ ਸਕਦੇ ਹਾਂ। ਇਹ ਮੀਡੀਆ ਰਾਹੀਂ ਇਸ ਕਰਕੇ ਮੈਸੇਜ ਚਲਾ ਗਿਆ ਕਿਉਂਕਿ ਮੈਨੂੰ ਪਤਾ ਨਹੀਂ ਸੀ, ਮੈਨੂੰ ਜਾਣਕਾਰੀ ਨਹੀਂ ਸੀ ਕੋਈ ਅਮਿਤ ਸ਼ਾਹ ਨਾਲ ਮੀਟਿੰਗ ਹੋ ਰਹੀ ਹੈ। ਮੈਂ ਸਟੇਜ ਤੋਂ ਜਦੋਂ ਉਤਰ ਕੇ ਆਇਆ, ਮੀਡੀਆ ਮੇਰੇ ਸਾਹਮਣੇ ਹੋ ਗਿਆ। ਮੀਡੀਆ ਨੇ ਸਵਾਲ ਹੀ ਇੱਥੋਂ ਚੱਕਿਆ ਵੀ ਤੁਸੀਂ ਉਹ ਜਾ ਰਹੇ ਹੋ ਜਿਹੜੀ ਮੀਟਿੰਗ ਹੋ ਰਹੀ ਹੈ 7 ਵਜੇ। ਹੁਣ ਜਦੋਂ ਮੈਨੂੰ ਪਤਾ ਹੀ ਨਹੀਂ ਧਾਲੀਵਾਲ ਸਾਹਿਬ, ਮੈਂ ਤਾਂ ਕਹਿਣਾ ਹੀ ਸੀ ਵੀ ਮੈਨੂੰ ਤਾਂ ਪਤਾ ਨਹੀਂ। ਜਦੋਂ ਮੈਂ ਪਤਾ ਨਹੀਂ ਕਿਹਾ ਤਾਂ ਫਿਰ ਇਹ ਗੱਲ 'ਚੋਂ ਗੱਲ ਜਣੀ ਗਾਹਾਂ ਨਿਕਲੀ ਹੈ। ਮੀਡੀਆ 'ਤੇ ਤਾਂ ਆ ਗਈ, ਨਹੀਂ ਤਾਂ ਜੇ ਮੈਨੂੰ ਆਏ ਹੁੰਦਾ ਫਿਰ ਮੈਂ ਫੋਨ 'ਤੇ ਪੁੱਛ ਲੈਂਦਾ, ਮੈਂ ਮੀਡੀਆ ਦੇ ਸਾਹਮਣੇ ਨਹੀਂ ਸੀ ਆਉਣਾ। ਪਰ ਮੀਡੀਆ ਤਾਂ ਮੈਨੂੰ ਫਿਰ ਵੀ ਪੁੱਛਦਾ ਵੀ ਤੁਸੀਂ ਮੀਟਿੰਗ 'ਚ ਕਿਉਂ ਨਹੀਂ ਗਏ। ਫਿਰ ਵੀ ਮੈਂ ਕੁਛ ਨਾ ਕੁਛ ਦਾ ਜਵਾਬ ਦਿੰਦਾ ਹੀ
ਯਾਨੀ ਉਹ ਤਾਂ ਉੱਧਰੋਂ ਹੈ, ਉਹ ਇਹ ਚੰਗੀ ਗੱਲ ਹੈ, ਪੋਜ਼ੀਟਿਵ ਆ, ਉਹ ਜਵਾਬ ਦੇ ਹੈ ਵੀ ਅਸੀਂ ਇਦੋਂ ਪਹਿਲਾਂ ਸਮਝੌਤਾ ਨਹੀਂ ਕਰਦੇ। ਉਹਨਾਂ ਨੇ ਮੀਟਿੰਗ 'ਚ ਆ ਕੇ ਵੀ ਗੱਲ ਕੀਤੀ ਹੈ, ਇੱਥੇ ਹੀ ਸਾਰੀ ਜਥੇਬੰਦੀ ਹੈ, ਸਾਡੇ ਡਿਫਰੈਂਸਸ ਹੋ ਸਕਦੇ ਨੇ, ਉਹ ਡਿਫਰੈਂਸਸ ਸਾਡੇ ਅੰਦਰਲੇ ਨੇ। ਅਸੀਂ ਬਾਹਰ ਇਸ ਇਸ਼ੂ 'ਤੇ, ਜ਼ਮੀਨ ਵਾਲੇ ਇਸ਼ੂ 'ਤੇ ਤਾਂ ਅਸੀਂ ਇੱਕ ਹਾਂ, ਸਾਡੇ ਭਰਾ ਨੇ ਯਾਰ, ਅਸੀਂ ਉਹਨਾਂ ਨਾਲ ਸਾਡੇ ਬਖਰੇਵੇਂ ਹੋਣਗੇ, ਪੰਜਾਬ 'ਚ ਜਾ ਕੇ ਲੜ ਲਾਂਗੇ। ਇੱਥੇ ਤਾਂ ਅਸੀਂ ਇੱਕ ਹਾਂ ਅਤੇ ਇੱਕੋ ਹੀ ਮੁੱਦੇ 'ਤੇ ਬਰਾਬਰ ਦੀ ਸੱਟ ਮਾਰਾਂਗੇ, ਇਕੱਠੇ ਹੀ ਨਿਬੇੜਾਂਗੇ, ਇਕੱਠੇ ਹੀ ਮੀਟਿੰਗ 'ਚ ਜਾਵਾਂਗੇ। ਸਾਡੇ ਕੋਈ ਬਖਰੇਵਾਂ ਨਹੀਂ, ਕੋਈ ਸਾਡੇ ਤਾਲਮੇਲ 'ਚ ਥੋੜ੍ਹੀ ਬਹੁਤੀ ਫਰਕ ਰਹਿ ਸਕਦਾ, ਉਹ ਅਸੀਂ ਦੂਰ ਕਰਾਂਗੇ। ਅਗਰਾਹਾਂ ਸਾਹਿਬ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਵੀ ਅਸੀਂ ਇੱਕ ਹਾਂ। ਸ਼ਾਇਦ ਇਹ ਗੱਲ ਉਵੇਂ ਮੀਡੀਆ ਦੇ ਸਾਹਮਣੇ ਨਹੀਂ ਆਈ, ਪਰ ਹੁਣ ਇੱਕ ਗੱਲ ਇਹ ਵੀ ਹੈ ਵੀ ਜੇ ਇੱਕ ਹਾਂ ਆਪਾਂ ਤਾਂ ਫਿਰ ਇੱਕ ਸਟੇਜ ਕਿਉਂ ਨਹੀਂ? ਬਾਹਲੇ ਜਿੰਨੇ ਵੀ ਗਿਲੇ ਸ਼ਿਕਵੇ ਆ ਛੱਡ ਦੋ, ਪਾਲੋ ਜੱਫੀਆਂ, ਇੱਕ ਸਟੇਜ ਤਾਂ ਹੋਵੇ ਨਾ। ਲੋਕਾਂ ਨੂੰ ਤਾਂ ਇਹ ਜਾਵੇ ਵੀ ਇੱਕ ਥਾਂ 'ਤੇ ਅਤੇ ਇਹ ਚੀਜ਼ ਹੈਗੀ ਆ ਵੀ 30 ਦੀਆਂ ਜਾਂ 31 32 ਜਿੰਨੀਆਂ ਜਥੇਬੰਦੀਆਂ ਜਾਂ ਆਲ ਇੰਡੀਆ ਦੀਆਂ ਇੱਕ ਸਟੇਜ 'ਤੇ ਤਾਂ ਖੜਨ, ਕਿਉਂਕਿ ਜੋਗਿੰਦਰ ਸਿੰਘ ਅਗਰਾਹਾਂ ਨੂੰ ਲੋਕ ਚਾਹੁੰਦੇ ਨੇ ਅਤੇ ਜੋਗਿੰਦਰ ਸਿੰਘ ਅਗਰਾਹਾਂ ਉਹ ਸਟੇਜ 'ਤੇ ਦੇਖਣਾ ਚਾਹੁੰਦੇ ਨੇ ਲੋਕ ਵੀ ਹਾਂ ਇੱਕ ਆ ਹੁਣ, ਕਿਉਂਕਿ NRI ਬੜੇ ਸਵਾਲ ਕਰਦੇ ਨੇ, ਤੁਹਾਡੇ ਜਥੇਬੰਦੀ ਨੂੰ ਲੈ ਕੇ ਬੜੇ ਸਵਾਲ ਨੇ ਉਹਨਾਂ ਦੇ। ਇਹ ਪਾੜਾ ਮਿਟਾ ਦਿਆਂਗੇ ਅਸੀਂ। ਜਿਹੜੀਆਂ ਹੁਣ ਇੱਕ ਸਟੇਜ ਦਾ ਸਵਾਲ ਹੈ, ਤੁਸੀਂ ਦੇਖੋ ਵੀ ਸਾਡੀ ਜਥੇਬੰਦੀ ਦੀਆਂ 7 ਸਟੇਜਾਂ ਨੇ ਜੀ। ਅਸੀਂ ਉਹਨਾਂ ਸਟੇਜਾਂ 'ਤੇ ਵੀ ਸਾਤੋਂ ਨਹੀਂ ਜਾਇਆ ਜਾਂਦਾ। ਹੁਣ ਅਸੀਂ ਇੰਨਾ ਕਰ ਸਕਦੇ ਹਾਂ ਵੀ ਅਸੀਂ ਇਹ ਸਟੇਜ 'ਤੇ ਬੋਲ ਕੇ ਆਪਦੀ 'ਤੇ ਵੀ ਬੋਲ ਗਏ, ਉਹਨਾਂ ਦੀ 'ਤੇ ਬੋਲ ਗਏ, ਉਹ ਸਾਡੀ ਸਟੇਜ 'ਤੇ ਬੋਲ ਗਏ। ਉਹ ਇਹ ਅਸੀਂ ਇਹ ਕਰ ਸਕਦੇ ਹਾਂ, ਬੱਚਾ ਇਹ ਤਾਂ ਸਹਿਮਤੀ ਬਣ ਸਕਦੀ ਹੈ। ਅਸੀਂ ਕੀਤੀ ਹੈ ਗੱਲ ਉਹਨਾਂ ਨਾਲ ਵੀ ਤੁਸੀਂ ਸਾਡੀ ਸਟੇਜ 'ਤੇ ਆ ਕੇ ਬੋਲੋ, ਅਸੀਂ ਤੁਹਾਡੀ ਸਟੇਜ 'ਤੇ ਆ ਕੇ ਬੋਲਾਂਗੇ। ਸੁਣਨ ਦੀ ਹੀ ਗੱਲ ਹੈ ਨਾ, ਕਿਉਂਕਿ ਇੱਕ ਸਟੇਜ ਧਾਲੀਵਾਲ ਸਾਹਿਬ ਤੁਹਾਨੂੰ ਪਤਾ ਵੀ ਐਡੇ ਵੱਡੇ ਕੱਟਸ ਅਤੇ ਐਡੇ ਵੱਡੇ ਲੰਮੇ ਪੈਂਡੇ 'ਚ ਇੱਕ ਸਟੇਜ ਦਾ ਚੱਲਣਾ ਸੰਭਵ ਨਹੀਂਗਾ। ਇਸ ਕਰਕੇ ਅਸੀਂ ਉਹਨਾਂ ਦੇ ਸਟੇਜ 'ਤੇ ਜਾ ਕੇ ਬੋਲੀ, ਉਹ ਸਾਡੀ ਸਟੇਜ 'ਤੇ ਬੋਲਣ, ਇਹ ਵਿਚਾਰ ਵਟਾਂਦਰਾ ਕਰ ਲਾਂਗੇ। ਇਹ ਅਸੀਂ ਤੁਹਾਡਾ ਸੁਝਾਅ ਸਿਰ ਮੱਥੇ ਅਸੀਂ ਮੰਨਣ ਨੂੰ ਤਿਆਰ ਹਾਂ, ਲੋਕਾਂ ਦਾ ਸੁਝਾਅ ਅਸੀਂ ਮੰਨਣ ਨੂੰ ਤਿਆਰ ਹਾਂ ਅਤੇ ਸਿਰ ਮੱਥੇ ਹੈ, ਅਸੀਂ ਜਾਣ ਨੂੰ ਤਿਆਰ ਹਾਂ। ਜਦੋਂ ਮਰਜ਼ੀ ਉਹ ਸਾਡੀ ਸਟੇਜ 'ਤੇ ਜਦੋਂ ਮਰਜ਼ੀ ਬੋਲਣ, ਅਸੀਂ ਉਹਨਾਂ ਦੀ ਸਟੇਜ 'ਤੇ, ਇਹ ਅਸੀਂ ਸਾਡੀ ਰਾਏ ਚੱਲ ਰਹੀ ਹੈ, ਹੋਊਗੀ। ਕੱਲ੍ਹ ਸਾਡੇ ਨਾਲ ਹੋਈ ਆ ਗੱਲ ਕੁਛ ਆਗੂਆਂ ਦੀ, ਉਹ ਚੱਲ ਰਹੀ ਹੈ ਪ੍ਰਪੋਜ਼ਲ, ਅਸੀਂ ਤਿਆਰ ਹਾਂ। ਜੀ ਜੀ ਜੀ। ਚੰਡਾ ਜੀ, ਜਿਹੜੀ ਗੱਲ ਹੁਣ ਅੜੀ ਵੀ ਕਿੱਥੇ ਆ? ਜੇ ਅਮੈਂਡਮੈਂਟਸ ਦੀ ਗੱਲ ਆਉਂਦੀ ਆ, ਬੜੇ ਇਹ ਵੀ ਆ ਰਹੇ ਆ ਲੋਕਾਂ ਦੇ ਬਿਆਨ ਵੀ ਅਮੈਂਡਮੈਂਟਸ ਜੇ ਕਰਦੀ ਆ 90% ਵੀ ਅਮੈਂਡਮੈਂਟਸ ਹੁੰਦੀਆਂ ਤਾਂ ਠੀਕ ਆ, ਚਲੋ ਰੱਦ ਵਾਲੀ ਜੇ ਗੱਲ ਨਹੀਂ ਹੁੰਦੀ ਕਿ ਨਹੀਂ, ਫਿਰ ਵੀ ਤੁਹਾਨੂੰ ਲੱਗਦਾ ਵੀ ਕਿਸੇ ਨਾ ਕਿਸੇ ਪਾਸਿਓਂ ਉਲਝਣ ਤਾਣੀ ਪਾ ਕੇ ਸਰਕਾਰ ਫੇਰ ਘੇਰ ਲੂ ਕਿਸਾਨਾਂ ਨੂੰ? ਮੈਂ ਇਹ ਸਵਾਲ ਜਵਾਬ ਦੇਣ ਤੋਂ ਪਹਿਲਾਂ ਜਿਹੜਾ ਕੱਲ੍ਹ ਅਸੀਂ ਦਿਨ ਮਨਾਇਆ ਜੀ, ਜਿੰਨੀਆਂ ਅਸੀਂ ਜਥੇਬੰਦੀਆਂ ਪੰਜਾਬ 'ਚੋਂ ਆਈਆਂ ਜੀ, 30 ਦਾ ਮੰਗ ਪੱਤਰ ਵੀ ਗਿਆ, ਸਾਡਾ ਮੰਗ ਪੱਤਰ ਵੀ ਗਿਆ, ਉਹਦੇ ਵਿੱਚ ਬਕਾਇਦਾ ਇਹ ਮੰਗ ਪਾਈ ਹੋਈ ਹੈ ਜੀ। ਜਿਹੜੇ ਤੋਮਰ ਸਾਹਿਬ ਸਾਨੂੰ ਅੱਜ ਕਹਿੰਦੇ ਵੀ ਇਸ ਪਰਚੇ ਦਰਜ ਕਰ ਲਓ, ਸਾਡੇ ਮੰਗ ਪੱਤਰ ਗਿਆ ਉਦੋਂ ਹੀ ਸਾਡੇ 'ਤੇ ਪਰਚੇ ਦਰਜ ਕਰ ਲੈਣੇ ਚਾਹੀਦੇ ਸੀ। ਜਿਹੜੇ ਅੱਜ ਉਹ ਕਹਿੰਦੇ ਆ ਵੀ ਤੁਸੀਂ ਇਹਨਾਂ ਦਾ ਦਿਨ ਕਿਉਂ ਮਨਾਇਆ ਹੈ, ਜਦੋਂ ਮੰਗ ਪੱਤਰ ਜਾ ਉਹਦੇ ਕਿਉਂ ਨਹੀਂ ਕੋਈ ਬੋਲਿਆ? ਜਿਹਦਾ ਮਤਲਬ ਕੋਈ ਨਾ ਕੋਈ ਬਹਾਨਾ ਬਣਾਉਣਾ ਉਹਨਾਂ ਨੇ, ਹੋਰ ਕੋਈ ਮਾਮਲਾ ਨਹੀਂ ਜੀ। ਜਿੱਥੇ ਕੋਈ ਮਨੁੱਖਤਾ ਨਾਲ ਧੱਕਾ ਹੁੰਦਾ ਹੈ, ਉਹ ਕਿਸੇ ਜਾਤ ਦਾ ਹੋਵੇ, ਕਿਸੇ ਗੋਤ ਦਾ ਹੋਵੇ, ਉਹਦੇ ਖਿਲਾਫ ਅਸੀਂ ਬੋਲਦੇ ਹਾਂ। ਚਾਹੇ ਸਾਡਾ ਦੁਸ਼ਮਣ ਵੀ ਕਿਉਂ ਨਾ ਹੋਵੇ, ਜੇ ਉਹਦੇ ਨਾਲ ਵੀ ਧੱਕਾ ਹੁੰਦਾ ਸੀ, ਉਹਦੇ ਹੱਕ 'ਚ ਵੀ ਬੋਲਾਂਗੇ ਕਿ ਇਹ ਨਜਾਇਜ਼ ਗੱਲ ਹੈ। ਇਹ ਰਵਾਇਤ ਆ ਸਾਡੀ ਜਥੇਬੰਦੀ ਦੀ। ਜੀ। ਉਦੋਂ ਅਗਲੀ ਗੱਲ ਹੈਗੀ ਆ ਜਿਹੜੀ ਕਾਨੂੰਨਾਂ ਨਾਲ ਸੰਬੰਧਿਤ, ਵੀ ਉਹ ਸੋਧਾਂ 'ਤੇ ਅੜੇ ਹੋਏ ਹੈ, ਵੀ ਸੋਧਾਂ ਕਰਾ ਲਓ, ਹੋਰ ਵੀ ਕਰਾ ਲਓ ਬੇਸ਼ੱਕ। ਸੋਧਾਂ ਕਰਾ ਕੇ ਜੇ ਉਹ ਹਰ ਹਾਲ ਕਾਨੂੰਨ ਰੱਖਣਾ ਚਾਹੁੰਦੇ ਹੈ, ਉਹਦਾ ਜਿਹੜਾ ਹੁੰਦਾ ਵੀ ਕਿਉਂਕਿ ਮੋਦੀ ਸਾਹਿਬ ਤਾਂ ਅੜੀ ਕਰਦੇ ਆ, ਇਸ ਕਰਕੇ ਖਾਉਣੀ ਪਿੱਛੇ ਨਹੀਂ ਹਟਦੇ। ਇਸ ਕਿਸਮ ਦਾ ਸਾਡਾ ਕੋਈ ਵਿਚਾਰ ਨਹੀਂ ਕਿ ਮੋਦੀ ਸਾਹਿਬ ਕੋਈ ਅੜੀ 'ਤੇ ਖੜੇ ਹੈ। ਮੋਦੀ ਸਾਹਿਬ ਜਿਹੜੇ ਕਾਰਪੋਰੇਟ ਘਰਾਣੇ ਹੈ, ਉਹਨਾਂ ਨਾਲ ਜਿਹੜੀ ਵਫਾ ਪਾਲ ਰਹੇ ਹੈ, ਖੇਤੀ ਤੇ ਬਰੋਬਰ ਜਿਹੜੀ ਪ੍ਰਾਈਵੇਟ ਮੰਡੀ ਲਿਆਉਣਾ ਚਾਹੁੰਦੇ ਹੈ, ਉਹਦੇ ਲਈ ਰਾਹ ਰੱਖਣਾ ਚਾਹੁੰਦੇ ਹੈ। ਜੇ ਕਾਨੂੰਨ ਰੱਦ ਹੋ ਜਾਂਦੇ ਹੈ, ਉਹ ਰਾਹ ਬੰਦ ਹੁੰਦਾ ਹੈ ਜੀ। ਉਹ ਇਸ ਕਰਕੇ ਰੱਦ ਨਹੀਂ ਕਰਦੇ ਕਿਉਂਕਿ ਉਹ ਹਰ ਹਾਲ ਤਰ੍ਹਾਂ ਰੱਖਣਾ ਚਾਹੁੰਦੇ ਆ। ਉਹਦੇ ਲਈ ਇਹ ਐਡਾ ਅੰਦੋਲਨ ਖੜਾ ਹੋਇਆ ਹੈ, ਐਡਾ ਉਹ ਦਵਾ ਚੱਲ ਰਿਹਾ ਹੈ। ਸਾਡੇ ਵਾਸਤੇ ਵੀ ਉਹੀ ਸਵਾਲ ਹੈ ਕਿ ਜੇ ਉਹ ਰਾਹ ਰਹਿੰਦਾ ਹੈ ਤੇ ਸਰਕਾਰੀ ਮੰਡੀ ਦੇ ਮੁਕਾਬਲੇ ਪ੍ਰਾਈਵੇਟ ਮੰਡੀ ਆਉਂਦੀ ਹੈ, ਸਰਕਾਰੀ ਨੇ ਜਾਣਾ ਹੈ, ਪ੍ਰਾਈਵੇਟ ਦਾ ਬੋਲਬਾਲਾ ਹੋਣਾ। ਸਾਰੇ ਮਹਿਕਮੇ 'ਚ ਇਹੀ ਕੁਛ ਦਸਤੂਰ ਚੱਲਿਆ ਪਿੱਛੇ। ਇਸ ਕਰਕੇ ਅਸੀਂ, ਸਾਡਾ ਮਤਲਬ ਵੀ ਕੋਈ ਮੁੱਸ ਦਾ ਸਵਾਲ ਨਹੀਂ ਵੀ ਅਸੀਂ ਪੰਜਾਬੀ ਅਸੀਂ ਕਹਿ ਤਾ ਅਸੀਂ ਰੱਦ ਕਰਾ ਕੇ ਰਹਾਂਗੇ। ਸਾਡੇ ਵਾਸਤੇ ਉਹ ਰਾਹ ਬੰਦ ਕਰਨ ਦਾ ਸਵਾਲ ਹੈ। ਉਸ ਕਰਕੇ ਅਸੀਂ ਉਸ ਗੱਲ 'ਤੇ ਅੜੇ ਹੋਏ ਹਾਂ। ਫੈਸਲਾ ਸਰਕਾਰ ਦੇ ਹੱਥ ਹੈ। ਜੇ ਇਹਨੂੰ ਅਮਾਨ ਨਾਲ ਮੁਕਾਉਣਾ ਚਾਹੁੰਦੇ ਹੈ, ਜੇ ਉਹਨਾਂ ਨੇ ਮੰਨ ਲਿਆ ਜਿਹੜੇ ਕਾਨੂੰਨ ਕਹਿੰਦੇ ਸੀ ਬਹੁਤ ਵਧੀਆ ਹੈ, ਜੇ ਉਹਦੇ 'ਚ ਸੋਧਾਂ ਕਰਨ ਦੀ ਗੱਲ ਕਰਦੇ ਤਾਂ ਮੰਨ ਲਿਆ ਵੀ ਹਾਂ ਉਹਦੇ 'ਚ ਗੜਬੜਾਂ ਸੀਗੀਆਂ, ਫਿਰ ਉਹਨੂੰ ਪੂਰਨ ਤੌਰ 'ਤੇ ਵਾਪਸ ਲੈ ਲੈਣਾ। ਲੋਕ ਸਾਰੇ ਅਮਨ ਅਮਾਨ ਆਪਦੇ ਘਰਾਂ ਨੂੰ ਜਾਣ। ਜੇ ਉਹ ਇਹਨੂੰ ਨਹੀਂ ਵਾਪਸ ਲੈਣਗੇ, ਫਿਰ ਸਰਕਾਰ ਕੋਲ ਤਾਕਤ ਹੈ, ਉਹ ਤਾਕਤ ਦੇ ਜ਼ੋਰ ਉਠਾ ਲੇ। ਅਤੇ ਸਾਨੂੰ ਨਹੀਂ ਲੱਗਦਾ ਜੇ ਸਰਕਾਰ ਤਾਕਤ ਵੀ ਵਰਤ ਲੇ, ਆਹ ਜਿਹੜਾ ਅੰਦੋਲਨ ਹੈ ਪੱਟਿਆ ਜਾਊਗਾ। ਇਹ ਐਡਾ ਕੋਈ ਖੂਨ ਖਰਾਬਾ ਕਰਨ ਤੋਂ ਬਾਅਦ ਫਿਰ ਜੇ ਉਹ ਕਾਨੂੰਨ ਵਾਪਸ ਲੈਂਦੇ ਆ, ਫਿਰ ਕੀ ਗੱਲ? ਉਦੋਂ ਅਸੀਂ ਚਾਹੁੰਦੇ ਵੀ ਪਹਿਲਾਂ ਹੀ ਉਹ ਵਾਪਸ ਲੈ ਲੈਣ। ਇਹ ਵਾਪਸ ਲਈ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸਰਕਾਰ ਕੋਲੇ। ਇਹ ਵਾਪਸ ਹਰ ਹਾਲ ਲੈਣੇ ਪੈਣਗੇ। ਹੁਣ ਲੈ ਲੇ, ਚਾਹੇ ਉਹ ਆਪਦੀ ਤਾਕਤ ਵਰਤਣ ਤੋਂ ਬਾਅਦ ਲੈ ਲੇ, ਇਹ ਕਾਨੂੰਨ ਵਾਪਸ ਹੋਣਗੇ ਜੀ। ਚੰਡਾ ਜੀ, ਜਿਹੜਾ ਅੰਦੋਲਨ ਆ ਬੜੇ ਵੱਡੇ ਲੈਵਲ 'ਤੇ ਆ, ਪਰ ਜਿਹੜੀਆਂ ਅਫਵਾਹਾਂ ਦਾ ਬਾਜ਼ਾਰ ਵੀ ਬੜਾ ਗਰਮ ਆ, ਉਸ ਦੇ ਬਾਰੇ ਤੁਸੀਂ ਕੀ ਕਹੋਗੇ? ਕਿਉਂਕਿ ਮੀਡੀਆ 'ਚ ਵੀ ਉਨੀ ਗੱਲ ਉੱਦਾਂ ਨਹੀਂ ਜਾ ਰਹੀ, ਕਿਉਂਕਿ ਮੀਡੀਆ 'ਚ ਜੇ ਗੱਲ ਜਾਂਦੀ ਹੈ, ਲੋਕਾਂ ਦੇ ਵਿੱਚ ਗੱਲ ਹੋਰ
ਫੈਲ ਜਾਂਦੀ ਹੈ, ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਆ। ਕਈ ਪੋਸਟਾਂ ਵਾਇਰਲ ਹੁੰਦੀਆਂ। ਪਿਛਲੇ ਦਿਨੀ ਅਗਰਾਹਾਂ ਸਾਹਿਬ ਦੀ ਵੀ ਇੱਕ ਪੋਸਟਰ ਵਾਇਰਲ ਹੋਈ ਵੀ ਅਗਰਾਹਾਂ ਜਥੇਬੰਦੀ ਨੇ ਕਨਵਰ ਗਰੇਵਾਲ ਨੂੰ ਸਟੇਜ ਤੋਂ ਨਹੀਂ ਚੜ੍ਹਨ ਦਿੱਤਾ। ਹਾਲਾਂਕਿ ਜਦੋਂ ਅਸੀਂ ਉਸ ਨੂੰ ਕ੍ਰਾਸ ਚੈੱਕ ਕਰਿਆ ਤਾਂ ਕਨਵਰ ਜੀ ਨੇ ਵੀ ਇਹੀ ਕਿਹਾ, ਅਗਰਾਹਾਂ ਸਾਹਿਬ ਨੇ ਵੀ ਇਹੀ ਕਿਹਾ। ਈਵਨ ਕਿ ਲੱਖਾ ਸਿੰਘ ਸਿਧਾਣਾ ਦਾ ਬਿਆਨ ਆਇਆ ਵੀ ਇੱਦਾਂ ਦੀ ਕੋਈ ਗੱਲ ਨਹੀਂ, ਅਫਵਾਹਾਂ ਆ ਗਈਆਂ। ਇਹ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ, ਇਸ ਤੋਂ ਕਿਵੇਂ ਬਚ ਸਕਦੇ ਆ ਜਾਂ ਲੋਕਾਂ ਨੂੰ ਤੁਸੀਂ ਕਿਵੇਂ ਲਾਮਬੰਦ ਕਰ ਰਹੇ ਹੋ? ਦੇਖੋ, ਜਿਹੜਾ ਮੌਕੇ ਦੀ ਸਰਕਾਰ ਹੈ ਜੀ, ਇਹ ਅੰਦੋਲਨ ਚੱਲਿਆ ਉਦੋਂ ਤੋਂ ਸਾਡੇ ਖਿਲਾਫ ਦੋਸ਼ ਲਾਉਣ ਲੱਗੇ ਹੋਏ ਹੈ। ਉਹ ਕਹਿੰਦੇ ਸੀਗੇ ਇਹ ਜਿਹੜੇ ਵਿਚੋਲੀਏ ਹੈ ਇਹ ਕਿਸਾਨ ਤਾਂ ਹੈ ਨਹੀਂ, ਇਹ ਤਾਂ ਵਿਚੋਲੀਏ ਹੈਗੇ, ਕਿਉਂਕਿ ਉਹਨਾਂ ਦੀ ਉਹ ਮਰ ਰਹੀ ਹੈ। ਇਦੋਂ ਉਹ ਕਹਿੰਦੇ ਸੀ ਤਾਂ ਕਿਸਾਨ ਤਾਂ ਹੈ ਨਹੀਂ, ਤਾਂ ਕਾਂਗਰਸ ਦੇ ਚੱਕੇ ਹੋਏ ਹੈ। ਇਹ ਇੱਥੋਂ ਤੱਕ ਵੀ ਅਰਬਨ ਨਕਸਲੀ ਹੈ, ਫਲਾਣੇ ਨਕਸਲੀ ਹੈ, ਇਸ ਕਿਸਮ ਦੇ ਲਗਾਤਾਰ ਉਹ ਦੋਸ਼ ਲਾ ਰਹੀ ਹੈ। ਜੀ, ਆਖਰ ਦੇ ਵਿੱਚ ਹੁਣ ਜਿੱਦੀ ਸਾਡੀ 5 ਤਰੀਕ ਨੂੰ ਮੀਟਿੰਗ ਹੋਈ ਹੈ, ਮਤਲਬ ਇੱਥੇ ਸੈਂਟਰ ਦੇ ਤੋਮਰ ਸਾਹਿਬ ਵਰਗਿਆਂ ਨਾਲ, ਉਦੋਂ ਉਹਨਾਂ ਨੂੰ ਗੱਲ ਮੰਨਣੀ ਪਏਗੀ। ਉਹਨਾਂ ਨੇ ਧੰਨਵਾਦ ਕੀਤਾ ਕਿ ਅਸੀਂ ਤੁਹਾਡੇ ਮਤਲਬ ਜਿਹੜੇ ਆਏ ਹੋ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਜਿਹੜਾ ਅੰਦੋਲਨ ਹੈ ਇਹ ਪੂਰਨ ਤੌਰ 'ਤੇ ਸ਼ਾਂਤਮਈ ਰੱਖਿਆ, ਤਾਂ ਇਹਦੇ ਕਰਕੇ ਤੁਹਾਨੂੰ ਵਧਾਈ ਦਿੰਦੇ ਹਾਂ। ਦੂਜਾ, ਤੁਸੀਂ ਇਹਦੇ ਵਿੱਚ ਕਿਸੇ ਵੀ ਕੋਈ ਪੋਲੀਟੀਕਲ ਪਾਰਟੀ ਦਾ ਕੋਈ ਦਖਲ ਨਹੀਂ, ਨਰੋਲ ਕਿਸਾਨਾਂ ਦਾ ਇਹ ਅੰਦੋਲਨ ਹੈ, ਇਹਦੇ ਲਈ ਵਧਾਈ ਦਿੰਦੇ ਹਾਂ। ਤੇ ਇਹ ਖਬਰ ਪੰਜਾਬੀ ਟ੍ਰਿਬਿਊਨ 'ਚ ਅਗਲੇ ਦਿਨ ਲੱਗਦੀ ਹੈ, ਜਿਹਦਾ ਹੁਣ ਸਰਕਾਰ ਨੇ ਮੰਨ ਲਿਆ ਕਿ ਨਰੋਲੇ ਕਿਸਾਨਾਂ ਦਾ ਅੰਦੋਲਨ ਹੈ। ਤੇ ਇਹਦੇ ਖਿਲਾਫ ਜੇ ਕੋਈ ਫਾਹਾ ਉਡਾਉਂਦਾ ਕਰਦਾ ਹੈ, ਇਹ ਤਾਂ ਜਿਹੜੇ ਸਾਰੇ ਲੋਕ ਦੇਖ ਰਹੇ ਹੈ, ਸੁਣ ਰਹੇ ਹੈ, ਇਕੱਲੇ ਪੰਜਾਬ ਦੇ ਨਹੀਂ ਪੂਰੀ ਦੁਨੀਆ ਦਾ ਨਿਗਾਹ ਇਹਦੇ 'ਤੇ ਲੱਗੀ ਹੋਈ ਹੈ। ਉਹਨਾਂ ਦਾ ਕੋਈ ਇਸ ਗੱਲ ਨੂੰ ਪਾੜਨ ਖਾਤਰ ਜੋ ਮਰਜ਼ੀ ਚਰਚਾ ਕਰਨ, ਸਾਨੂੰ ਨਹੀਂ ਲੱਗਦਾ ਵੀ ਇਸ ਅੰਦੋਲਨ 'ਤੇ ਕੋਈ ਅਸਰ ਪਾ ਦੇਣਗੇ। ਜਿਹਨੇ ਆਪਦਾ ਹੁੰਦਾ ਹੈ, ਜਿਵੇਂ ਬਲਦ ਹੈ, ਉਹਦੀ ਆਦਤ ਹੈ ਜੇ ਰੱਸਾ ਚੱਬਣ ਦੀ, ਤੁਸੀਂ ਉਹਨੂੰ ਗੋਹਾ ਲਾ ਦਿੰਦੇ ਹੋ, ਜਦੋਂ ਗੋਹਾ ਲੈ ਗਿਆ ਉਹ ਫਿਰ ਰੱਸਾ ਚੱਬਣ ਲੱਗ ਜਾਂਦਾ ਹੈ। ਜਿਹਨੇ ਬਦਨਾਮੀ ਕਰਨੀ ਹੈ, ਕੋਈ ਵਿੱਚ ਬਿੱਥਾਂ ਭਾਲਦੀਆਂ ਖਾਮਖਾ, ਉਹਨਾਂ ਨੇ ਉਹ ਕੰਮ ਕਰਨਾ ਹੈ। ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਅੰਦੋਲਨ ਕਿਸਾਨਾਂ ਦਾ ਤੇ ਜਿੱਤ ਕੇ ਨਿਕਲੂਗਾ ਜੀ। ਇੱਕ ਗੱਲ ਚੰਡਾ ਜੀ ਹੋਰ ਵੀ ਹੈ ਜੀ, ਪਰਦੇ ਦੇ ਉੱਤੇ ਚੀਜ਼ਾਂ ਹੋਰ ਆ, ਸਰਕਾਰ ਤੇ ਕਿਸਾਨਾਂ ਦਾ ਜਿਹੜਾ ਮਿਲ ਮਿਲਾਪ ਆ ਜਾਂ ਮੀਟਿੰਗਾਂ ਹੋ ਰਹੀਆਂ ਉਹ ਇੱਕ ਹੋਰ ਆ, ਤੇ ਬੈਕ ਸਟੇਜ ਸਰਕਾਰ ਹੋਰ ਰੋਲ ਪਲੇ ਕਰ ਰਹੀ ਹੈ ਤੇ ਕਿਸਾਨਾਂ ਤੇ ਹੋਰ ਆਰੋਪ ਲੱਗ ਰਹੇ ਨੇ ਵੀ ਹੋਰ ਰੋਲ ਪਲੇ ਕਰ ਰਹੇ ਨੇ। ਕਿਤੇ ਨਾ ਕਿਤੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਵਾਕਿਆ ਦੇ ਵਿੱਚ ਕਿਸਾਨ ਇੱਕੋ ਟਰੈਕ ਦੇ ਉੱਤੇ ਨੇ, ਪਰਦੇ ਦੇ ਪਿੱਛੇ ਵੀ ਤੇ ਮੂਹਰੇ ਵੀ ਕਿਸਾਨ ਜਥੇਬੰਦੀਆਂ ਦੀ ਨੁਮਾਇੰਦਿਆਂ ਦੀ ਗੱਲ ਕਰਦੇ ਆ, ਤੇ ਜਿਹੜੀ ਸਰਕਾਰ ਆ ਉਹ ਕਿਤੇ ਨਾ ਕਿਤੇ ਦੋ ਧਾਰੀ ਤਲਵਾਰ ਵਾਲਾ ਕੰਮ ਕਰ ਰਹੀ ਆ? ਦੇਖੋ, ਜਿੱਥੋਂ ਤੱਕ ਇਸ ਅੰਦੋਲਨ ਚੱਲਿਆ, ਇਹਦੀ ਜਿਹੜੀ ਮੰਗ ਹੈ ਕਿ ਅਸੀਂ ਹਰ ਹਾਲਤ ਉਹ ਜਿਹੜੇ ਕਾਨੂੰਨ ਹੈ 3 ਵਾਪਸ ਕਰਾਉਣੇ ਆ। ਬਿਜਲੀ ਸੋਧ ਬਿੱਲ ਹੈ ਗਿਆ, ਪਰਾਲੀ ਵਾਲਾ ਮਸਲਾ ਹੈ ਗਿਆ, ਘੱਟੋ ਘੱਟ ਜਿਹੜਾ ਖਰੀਦ ਦਾ ਹੈ ਗਿਆ, ਪੂਰੀਆਂ ਫਸਲਾਂ ਦਾ ਸਾਰੇ ਦੇਸ਼ 'ਚ ਉਹਨੂੰ ਕਰਾਉਣ ਦਾ ਹੈਗਾ, ਜਨਤਕ ਵੰਡ ਪ੍ਰਣਾਲੀ ਦਾ ਹੈਗਾ। ਇਹਨਾਂ ਸਾਰੀਆਂ ਮੰਗਾਂ 'ਤੇ ਪੂਰਨ ਸਰਬਸੰਮਤੀ ਹੈ ਸਾਡੀ ਸਾਰਿਆਂ ਦੀ। ਪਹਿਲਾਂ 1 ਤਰੀਕ ਨੂੰ ਮੀਟਿੰਗ ਹੁੰਦੀ ਹੈ, ਫਿਰ 3 ਨੂੰ ਹੁੰਦੀ ਹੈ, ਫਿਰ 5 ਨੂੰ ਹੁੰਦੀ ਹੈ, ਕਿਉਂਕਿ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਸੀ ਵੀ ਇਹ 'ਤੇ ਚਰਚਾ ਕਰੋ ਤੇ ਸੋਧਾਂ ਕਰਾ ਲਓ। ਜਦੋਂ ਉਹ ਸੋਧਾਂ ਵਾਲੀ ਗੱਲ ਨਹੀਂ ਛੱਡੀ, ਲਗਭਗ 2 ਘੰਟੇ ਇਸ ਗੱਲ 'ਤੇ ਚਰਚਾ ਹੁੰਦੀ ਰਹੀ। ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕਰਿਆ ਕਿ ਸਰਕਾਰ ਨੂੰ ਮੌਕਾ ਦਿਓ, ਜੋ ਮਰਜ਼ੀ ਬੋਲੀ, ਆਪਾਂ ਇਹਦੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ। ਸਾਰਿਆਂ ਨੇ ਮੌਨ ਧਾਰਿਆ, ਜੇ ਕਹਿਣਾ ਹੋਵੇ ਅੰਦਰ ਇੱਕ ਪੱਧਰ ਦਾ ਰੋਸ ਕੀਤਾ। ਉਹ ਪੌਣਾ ਘੰਟਾ ਉਹਨਾਂ ਨੇ ਕੋਸ਼ਿਸ਼ ਕੀਤੀ, ਤੋਮਰ ਸਾਹਿਬ ਨੇ ਬੋਲੋ ਜੀ, ਰਾਜੇਵਾਲ ਸਾਹਿਬ ਬੋਲੋ ਜੀ, ਦਰਸ਼ਨਪਾਲ ਜੀ ਦੱਸੋ ਜੀ, ਗਰਾਂ ਸਾਹਿਬ ਦੱਸੋ, ਫਿਰ ਐਂ ਤਾਂ ਕੰਮ ਨਹੀਂ ਚੱਲਣਾ, ਉਹ ਨਹੀਂ ਹੋਣਾ। ਕਿਸੇ ਨੇ ਕੋਈ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਦਿੱਤਾ। ਜਿਹੜੇ ਮੈਕ ਸੀ ਉਹ ਤੋਂ 4-4 ਫੁੱਟ ਪਿੱਛੇ ਸਾਰਿਆਂ ਨੇ ਆਪਣੀਆਂ ਕੁਰਸੀਆਂ ਕਰ ਲਈਆਂ ਸੀ। ਪੌਣੇ ਘੰਟੇ ਬਾਅਦ ਜਦੋਂ ਉਹਨੂੰ ਲੱਗਿਆ ਵੀ ਮੈਂ ਇਹਦੇ 'ਚ ਕਾਮਯਾਬ ਨਹੀਂ ਹੋ ਸਕਦਾ ਹੁਣ ਇਹਨੂੰ ਬੁਲਾਉਣ ਨੂੰ, ਕਿਸੇ ਵੀ ਆਗੂ ਨੂੰ, ਫਿਰ ਉਹਨਾਂ ਨੇ ਬ੍ਰੇਕ ਪਾਈ ਹੈ। ਬ੍ਰੇਕ ਪਾਉਣ ਤੋਂ ਬਾਅਦ ਜਦੋਂ ਦੁਬਾਰਾ ਆਏ ਹੈ, ਉਦੋਂ ਉਹਨੇ ਕਿਹਾ ਵੀ ਅਸੀਂ ਦੇਖੋ ਸੋਧਾਂ ਕਰਨੀਆਂ ਚਾਹੁੰਦੇ ਸੀ, ਸੋਧਾਂ ਕਰਾਉਣ ਲਈ ਤੁਸੀਂ ਰਾਜੀ ਨਹੀਂ। ਹੁਣ ਜੇ ਕਾਨੂੰਨ ਵਾਪਸੀ ਦੀ ਗੱਲ ਹੈਗੀ ਹੈ, ਵਾਪਸੀ ਕਰਨ ਦਾ ਜਿਹੜਾ ਅਧਿਕਾਰ ਹੈ ਮੇਰੇ ਕੋਲ ਤਾਂ ਹੈ ਨਹੀਂ ਇਕੱਲੇ ਕੋਲੇ। ਇਸ ਕਰਕੇ ਅਸੀਂ ਜਿਹੜੇ ਦੂਜੇ ਮੰਤਰੀ ਉਹਨਾਂ ਨਾਲ ਰਾਏ ਕਰਾਂਗੇ ਤੇ ਸਾਨੂੰ ਸਮਾਂ ਦਿਓ, ਜਿਹਦਾ ਨਾਲ ਅਗਲੀ ਮੀਟਿੰਗ ਕਾਨੂੰਨ ਕਿਵੇਂ ਵਾਪਸ ਹੋਣਾ ਉਹ 'ਤੇ ਕੋਈ ਵਿਚਾਰ ਚਰਚਾ ਕਰਾਂਗੇ ਜੀ। ਤੇ ਹੁਣ ਜਦੋਂ ਹੈਗਾ ਵੀ ਕੋਈ ਜਿਹੜੀ ਮੀਟਿੰਗ ਰੱਖੀ ਹੋਈ ਸੀਗੀ ਸਾਡੀ 9 ਦੀ, ਉਦੋਂ ਪਹਿਲਾਂ ਦੁਬਾਰੇ ਫੇਰ ਉਹ ਜਿਹੜੀ ਪ੍ਰਪੋਜ਼ਲ ਭੇਜੀ ਹੈ, ਪ੍ਰਪੋਜ਼ਲ ਅਸੀਂ ਇੱਧਰੋਂ ਪੜ੍ਹ ਲਈ, ਬਹੁਤ ਬਰੀਕੀ 'ਚ ਪੜ੍ਹੀ, ਅਸੀਂ ਰੱਦ ਕੀਤੀ ਆ ਉਹ, ਤੇ ਉਹ ਉਸੇ ਗੱਲ 'ਤੇ ਫਿਰ ਖੜੇ ਹੈਗੇ ਆ। ਇਸ ਕਰਕੇ ਜਿਹੜੀ ਸਰਕਾਰ ਨਾਲ ਮੀਟਿੰਗਾਂ ਵੀ ਚੱਲ ਰਹੀਆਂ ਸੀ, ਉਹਦੇ 'ਚ ਵੀ ਉਹ ਡੈਡਲਾਕ ਆ ਗਿਆ ਜੀ। ਜੇ ਅਕਸਮ ਦਾ ਮਸਲਾ ਤਾਂ ਗੱਲਬਾਤ ਰਾਹੀਂ ਹੱਲ ਹੋਣਾ ਜੀ। ਇਹ ਸਰਕਾਰ ਜਾਂ ਮੀਟਿੰਗ ਅਸੀਂ ਕਹਿੰਦੇ ਕਾਲ ਕਰੇ, ਕਾਨੂੰਨ ਕਿਵੇਂ ਵਾਪਸ ਲਏ ਜਾ ਸਕਦੇ ਆ, ਇਹ 'ਚ ਕੀ ਡਿੱਕਾ ਜਾਂ ਕਿੰਨਾ ਸਮਾਂ ਲੱਗੂ, ਇਹ 'ਤੇ ਮੀਟਿੰਗ ਕਾਲ ਕਰਨੀ ਚਾਹੀਦੀ ਹੈ। ਸਾਰੀਆਂ ਜਥੇਬੰਦੀਆਂ ਉਹ 'ਤੇ ਜਾਣ ਨੂੰ ਤਿਆਰ ਹੈ। ਜੇ ਚਰਚਾ ਹੀ ਕਰਨੀ ਹੈ ਇੱਕ ਮੌਕੇ ਸਾਰੀਆਂ ਜਥੇਬੰਦੀਆਂ ਦਾ ਫੈਸਲਾ ਵੀ ਅਸੀਂ ਉਸ ਮੀਟਿੰਗ 'ਤੇ ਨਹੀਂ ਜਾਵਾਂਗੇ ਜੀ। ਚੰਡਾ ਜੀ, ਮੈਂ ਇੱਕ ਵਾਰੀ ਹੋਰ ਚਾਹੂੰਗਾ, ਕੁਛ ਲੋਕ ਹਜੇ ਵੀ ਗਰਾਊਂਡ 'ਤੇ ਪਹੁੰਚਦੇ ਆ, ਇੱਥੇ ਹੀ ਆਹੀ ਇਕੱਠਾਂ ਦੇ ਵਿੱਚ ਲੋਕ ਪਹੁੰਚਦੇ ਵੀ ਜਿਹੜਾ ਪ੍ਰਪੋਜ਼ਲ ਸੀ, ਪ੍ਰਪੋਜ਼ਲ ਵਾਲੀ ਗੱਲ ਲੋਕਾਂ ਤੱਕ ਸਹੀ ਨਹੀਂ ਪਹੁੰਚੀ ਵੀ ਉਸ ਪ੍ਰਪੋਜ਼ਲ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਵੀ ਕੀ ਖਾਮੀਆਂ ਆ ਗਈਆਂ? ਹਜੇ ਵੀ ਉਹ ਪ੍ਰਪੋਜ਼ਲ ਤੁਹਾਨੂੰ ਸੈਟੀਸਫਾਈ ਕਿਉਂ ਨਹੀਂ ਕਰ ਰਿਹਾ? ਅਸੀਂ ਪ੍ਰਪੋਜ਼ਲਾਂ ਜਿੰਨੀਆਂ ਵੀ ਲਿਆਂਦੀਆਂ, ਜੇ ਉਹ ਸੋਧਾਂ ਕਰ ਲੈਣ ਹੋਰ ਵੀ ਕਰ ਲੈਣ। ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਪ੍ਰਾਈਵੇਟ ਮੰਡੀ ਵਾਸਤੇ ਰਾਹ ਖੁੱਲ੍ਹਾ ਰਹਿੰਦਾ ਕਿ ਬੰਦ ਹੁੰਦਾ ਹੈ? ਉਹ ਰਾਹ ਰੱਖਣਾ ਚਾਹੁੰਦੇ ਹੈ, ਅਸੀਂ ਪ੍ਰਾਈਵੇਟ ਮੰਡੀ ਦਾ ਰਾਹ ਬੰਦ ਕਰਨਾ ਚਾਹੁੰਦੇ ਹਾਂ। ਇਹ ਮਾਮਲਾ ਹੈ ਜੀ।
ਸੋਧਾਂ ਥੋੜੀਆਂ ਹੋ ਗਈਆਂ ਗਵਾਲੀਆਂ ਹੋ ਗਈਆਂ ਉਹਦੇ ਨਾਲ ਸਰਦਾ ਨਹੀਂ ਜੀ ਸੋਧਾਂ ਕਰਕੇ ਉਹ ਰਾਹ ਰੱਖਣਾ ਚਾਹੁੰਦੇ ਆ ਅਸੀਂ ਉਹਨੂੰ ਪੂਰਨ ਤੌਰ ਤੇ ਬੰਦ ਕਰਾ ਕੇ ਜਿਹੜਾ ਕਾਨੂੰਨ ਹੈ ਵਾਪਸ ਕਰਾਉਣਾ ਚਾਹੁੰਦੇ ਆ ਰਾਹ ਬੰਦ ਕਰਨਾ ਚਾਹੁੰਦੇ ਆ ਇਸ ਗੱਲ ਤੇ ਅੜੀ ਹੈ ਜੀ ਜੇ ਆਪਾਂ ਗਾਂ ਵਾਲੇ ਪਲਾਨ ਦੀ ਗੱਲ ਕਰਦੇ ਹਾਂ ਹੁਣ ਗਾਂ ਕੀ ਪਲਾਨ ਹੈ ਕੀ ਰੋਡ ਮੈਪ ਰਹਿਣ ਵਾਲਾ ਹੈਗਾ ਹੁਣ ਜਦੋਂ ਦੇਖੋ ਜੇ ਜਥੇਬੰਦੀ ਨੇ ਦਾ ਹੈਗਾ ਸਰਕਾਰ ਨਹੀਂ ਮੰਨੀ ਪਿਛਲੀ ਮੀਟਿੰਗ ਹੋਈ ਉਹਦੇ ਸਰਬਸੰਮਤੀ ਨਾਲ ਫੈਸਲਾ ਹੋਇਆ 2-3 ਫੈਸਲੇ ਹੋਏ ਇੱਕ ਤਾਂ 12 ਤਰੀਕ ਨੂੰ ਜਿਹੜੀ ਇੱਧਰ ਕਿਹੜੀ ਹੈ ਰੋਡ ਹੈਗੀ ਆ, ਮੈਂ ਤਾਂ ਨਾਮ ਵੀ ਉੱਕ ਗਿਆ ਜੈਪੁਰ ਕੀ ਜੋਧਪੁਰ ਵਾਲੀ ਹੈ ਉਹ ਰੋਡ ਬੰਦ ਕਰਨੀ ਹੈ ਜੀ ਸਾਰੀਆਂ ਸਟੇਟਾਂ ਦੇ ਮਤਲਬ ਕਿਸਾਨਾਂ ਨੇ ਆ ਕੇ ਇੱਕ ਇਹਦੇ ਨਾਲ ਹੀ ਪੂਰੇ ਭਾਰਤ ਦੇ ਵਿੱਚ 12 ਤਰੀਕ ਨੂੰ ਜਿਹੜਾ ਟੋਲ ਪਲਾਜ਼ਾ ਇੱਕ ਦਿਨ ਦੇ ਵਾਸਤੇ ਫਿਰ ਹੀ ਮਤਲਬ ਚੱਲਣਾ ਹੈ, ਕੋਈ ਪਰਚੀ ਨਹੀਂ ਕੱਟਣ ਦੇਣੀ 14 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਇੱਕ ਦਿਨ ਲਈ ਜਿਹੜਾ ਹੈੱਡਕੁਆਟਰ ਦੇ ਇਕੱਠ ਹੋਣੇ ਹੈ ਜਿਹੜੇ ਸਟੇਟਾਂ ਨੇੜੇ ਹੈ ਉਹਨਾਂ ਨੇ ਇੱਕ ਦਿਨ ਕਰਨਾ ਹੈ ਦੂਜਿਆਂ ਨੂੰ ਸੱਦਾ ਇਹ ਹੈਗਾ ਜਿਹੜੇ ਕੋਈ ਦਿੱਲੀ ਨਹੀਂ ਪਹੁੰਚ ਸਕਦੇ ਉਹ ਆਪਦੇ ਸਟੇਟਾਂ 'ਚ ਲਗਾਤਾਰ ਜਿਹੜਾ ਹੈੱਡਕੁਆਟਰ ਦੇ ਧਰਨੇ ਚਲਾਉਣ ਜੇ ਇਹ ਤੋਂ ਬਾਅਦ ਵੀ ਸਰਕਾਰ ਨਹੀਂ ਮੰਨਦੀ ਫਿਰ ਇਹ ਦਬਾਅ ਪਾਉਣ ਦੇ ਲਈ ਕੋਈ ਹੋਰ ਕਦਮ ਇਦੋਂ ਅੱਗੇ ਵੀ ਸੋਚਿਆ ਜਾਊਗਾ ਜੀ ਅਗਰਾਹਾਂ ਸਾਹਿਬ ਜਾਂਦੇ ਮੈਂ ਲਾਸਟ ਪ੍ਰਸ਼ਨ ਤੋਂ ਹੱਥੋਂ ਲੈਣਾ ਚਾਹੂੰਗਾ ਕੀ ਲੱਗਦਾ ਹੈਗਾ ਵੀ ਜਿਹੜਾ ਇਹ ਰੱਸਾ ਹੁਣ ਗਲ 'ਚ ਪੈ ਗਿਆ ਕਦੋਂ ਨਿਕਲੂਗਾ ਕਿਉਂਕਿ ਲੋਕ ਸਬਰ ਕਰੀ ਬੈਠੇ ਆ ਜਿਹੜੀ ਜਵਾਨੀ ਆ ਉਹ ਵੀ ਵਧਾਈ ਦੀ ਪਾਤਰ ਆ ਕਿਉਂਕਿ ਬੜੇ ਇਲਜ਼ਾਮ ਲੱਗਦੇ ਸੀ ਵੀ ਜੋਸ਼ ਦੇ ਵਿੱਚ ਹੋਸ਼ ਖੋ ਜਾਣਗੇ ਸ਼ਾਇਦ ਕਿਤੇ ਨਾ ਕਿਤੇ ਹੋ ਸਕਦਾ ਇਹ ਵੀ ਸਰਕਾਰ ਤੇ ਗੱਲ ਰੜਕਦੀ ਹੋਵੇ ਵੀ ਇਹ ਚੁੱਪ ਕਿੱਦਾਂ ਕਰੀ ਬੈਠੇ ਆ ਜਵਾਨ ਲੋਕ ਜਾਂ ਪੰਜਾਬੀਆਂ ਤੇ ਲੱਗਦਾ ਵੀ ਇਹ ਰੈਕਟ ਬੜੀ ਛੇਤੀ ਕਰਦੇ ਆ ਕਦੋਂ ਕੁ ਲੱਗਦਾ ਹੈਗਾ ਕਿ ਤਜਰਬਾ ਕੀ ਕਹਿੰਦਾ ਹੈਗਾ ਵੀ ਹੋਊਗਾ ਹੱਲ ਕਿਉਂਕਿ ਲੋਕ ਤੁਹਾਨੂੰ ਪਤਾ ਵੀ ਲੋਕ ਜਲਦਬਾਜ਼ੀ 'ਚ ਬੜੇ ਹੁੰਦੇ ਆ ਜਾਂ ਮੈਨੂੰ ਲਾ ਲਓ ਜਾਂ ਕੋਈ ਵੀ ਲਾ ਲਓ ਇਹ ਇਨਸਾਨ ਦੇ ਹਾਵ ਭਾਵ ਇਹੀ ਕਹਿੰਦੇ ਵੀ ਜਲਦੀ ਤੋਂ ਜਲਦੀ ਸਾਨੂੰ ਇਹ ਚੀਜ਼ ਪ੍ਰਾਪਤ ਹੋਵੇ ਕੀ ਲੱਗਦਾ ਹੈਗਾ ਤੁਹਾਡਾ ਤਜਰਬਾ ਕੀ ਕਹਿੰਦਾ ਦੇਖੋ ਅਸੈਸਮੈਂਟ ਤਾਂ ਹੈਗੀ ਆ ਵੀ ਮਸਲਾ ਜਿੱਦੇ ਜ਼ੋਰ ਨਾਲ ਉੱਭਰਿਆ ਵਾ ਜੀ ਇਹਦੇ ਨਾਲ ਸਰਕਾਰ ਨੂੰ ਫੈਸਲਾ ਕੋਈ ਨਾ ਕੋਈ ਲੈਣਾ ਪਊਗਾ ਕਈ ਵਾਰੀ ਅਸੈਸਮੈਂਟਾਂ ਵੀ ਗਲਤ ਹੋ ਜਾਂਦੀਆਂ ਨੇ ਜੀ ਫਿਰ ਬਾਕੀ ਇਹਦੇ ਜਿਵੇਂ ਨਾਲ ਇਹ ਵੀ ਹੈ ਵੀ ਸਰਕਾਰ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੈ ਚਰਚਾ ਕਰਨ ਦੀ ਹੈ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਨੇ ਵੀ ਭਾਵੇਂ ਬਿੱਲ ਦੇ ਵਿੱਚ ਕੁਝ ਵੀ ਨਾ ਰਹੇ ਅਮੈਂਡਮੈਂਟ ਹੀ ਕਰਾ ਲੈਣ ਰੱਦ ਵਾਲੀ ਗੱਲ ਛੱਡ ਦੇਣ ਜੀ ਇੱਥੇ ਜੇ ਗੱਲ ਤੁਰੀ ਫਿਰਦੀ ਹੈ ਇੱਥੇ ਗਾਂ ਗੱਲ ਚੱਲਦੀ ਹੈ ਹੁਣ ਗੱਲ ਕਿੱਥੇ ਜੇ ਜਾ ਕੇ ਨਿਬੜਦੀ ਹੈ ਹੁਣ ਜਥੇਬੰਦੀਆਂ ਨੂੰ ਵੀ ਵਿਚਾਰਨਾ ਪੈਣਾ ਸਾਨੂੰ ਸਾਰਿਆਂ ਨੂੰ ਵਿਚਾਰਨਾ ਪੈਣਾ ਅਸੀਂ ਰੱਦ 'ਤੇ ਖੜ੍ਹੇ ਹਾਂ ਉਹ ਅਮੈਂਡਮੈਂਟ 'ਤੇ ਖੜ੍ਹੇ ਨੇ ਇਹ ਵਿੱਚ ਵਿਚਾਲੇ ਇਸ ਡੈਡ ਲਾਕ ਨੇ ਟੁੱਟਣਾ ਕਦੋਂ ਹੈ ਜਾਨੀ ਅਗਰਾਹਾਂ ਸਾਹਿਬ ਜੇ ਅਮੈਂਡਮੈਂਟ ਦੀ ਗੱਲ ਤੇ ਉਹ ਖੜੇ ਨੇ ਠੀਕ ਆ ਜੇ ਤੁਸੀਂ ਕੋਈ ਆਪਦੇ ਕਿਸਾਨ ਜਥੇਬੰਦੀਆਂ ਨਾਲ ਕੋਈ ਅਜਿਹੀ ਮੀਟਿੰਗ ਕੀਤੀ ਵੀ ਇਦਾਂ ਦੀ ਅਮੈਂਡਮੈਂਟ ਹੁੰਦੀ ਹੈ ਜਾਂ ਇਹ ਚੀਜ਼ ਹੁੰਦੀ ਹੈ ਤਾਂ ਆਪਾਂ ਕਰ ਲਾਂਗੇ ਕਿ ਨਹੀਂ ਸਵਾਲ ਹੀ ਨਹੀਂ ਫਿਲਹਾਲ ਤਾਂ ਇਹ ਹੈ ਵੀ ਇਸ ਤੇ ਚਰਚਾ ਹੀ ਨਹੀਂ ਹੋ ਰਹੀ ਵੀ ਅਮੈਂਡਮੈਂਟ ਦੀ ਆਪਾਂ ਗੱਲ ਮੰਨੀਏ ਕਿ ਨਾ ਮੰਨੀਏ ਫਿਲਹਾਲ ਤਾਂ ਗੱਲ ਹੀ ਇੱਥੇ ਖੜੀ ਹੈ ਵੀ ਜਦੋਂ ਅਮੈਂਡਮੈਂਟ ਹੀ ਕਰਾਉਣੀ ਹੈ ਇਹਦਾ ਮਤਲਬ ਚ ਬਹੁਤ ਕੁਝ ਗਲਤ ਸੀ ਜੇ ਗਲਤ ਸੀ ਇੱਕ ਵਾਰੀ ਰੱਦ ਕਰ ਦਿਓ ਬਾਅਦ ਚ ਤੁਸੀਂ ਜਨਤਾ 'ਚ ਜਾ ਕੇ ਕਨਵਿੰਸ ਕਰਾ ਕੇ ਜਨਤਾ ਨੂੰ ਜੇ ਚੰਗੇ ਲੱਗਣੇ ਜਨਤਾ ਪ੍ਰਵਾਨ ਕਰ ਲੂਗੀ ਕਰ ਦਿਓ ਲਾਗੂ ਜੀ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਚੰਡਾ ਜੀ ਧੰਨਵਾਦ ਧੰਨਵਾਦ ਜੀ ਸੋ ਦੋਸਤੋ ਇਹ ਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੇ ਸੂਬਾ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਅਗਰਾਹਾਂ ਤੇ ਝੰਡਾ ਸਿੰਘ ਜੇਠੂ ਗਏ ਅੱਗੇ ਵੀ ਅਸੀਂ ਗਰਾਊਂਡ ਜ਼ੀਰੋ ਤੋਂ ਸੂਬਾ ਪ੍ਰਧਾਨਾਂ ਦੀਆਂ ਜੋ ਕਿਸਾਨ ਜਥੇਬੰਦੀਆਂ ਦੇ ਜਾਂ ਕਿਸਾਨਾਂ ਦੀਆਂ ਗਰਾਊਂਡ ਰਿਪੋਰਟਸ ਲੈ ਕੇ ਤੁਹਾਡੇ ਸਨਮੁਖ ਹੁੰਦੇ ਰਹਾਂਗੇ ਅਸੀਂ ਇਸ ਇੰਟਰਵਿਊ ਦੇ ਵਿੱਚ ਜਿਹੜੇ ਤੁਹਾਡੇ ਮਨਾਂ ਦੇ ਸ਼ੰਕੇ ਸੀ ਖਾਸ ਕਰਕੇ NRI ਵੀਰਾਂ ਦੇ ਸਵਾਲ ਸੀ ਉਹ ਰੱਖਣ ਦੀ ਕੋਸ਼ਿਸ਼ ਕੀਤੀ ਜੇ ਕੋਈ ਸਵਾਲ ਰਹਿ ਗਿਆ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਅੱਗੇ ਵੀ ਇਹਨਾਂ ਦੇ ਨਾਲ ਮੁਲਾਕਾਤ ਕਰਕੇ ਉਹ ਗੱਲ ਵੀ ਤੁਹਾਡੀ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ